ਧੰਨ ਵਾਹਿਗੁਰੂ ਸਾਹਿਬ ਜੀ। ਬਲਿਓ ਚਿਰਾਗ ਅੰਧਿਆਰ ਮਹਿ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਭਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਬੇਸ਼ੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੁਲੈ। ਹਾਂਜੀ। ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਬਲੁਆ ਕੇ ਗ੍ਰਹਿ ਭੀਤਰ ਬਸੈ, ਅਨੰਦ ਕੇਲ ਮਾਇਆ ਰੰਗ ਰਸੈ। ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧ੍ਰੋਹ। ਇਆਹੂ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੁ ਆਪਨ ਕਰ ਕਰਮ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੇ ਸਨਮਾਨਯੋਗ ਸਤਸੰਗੀ ਜਨੋ, ਆਪ ਬਹੁਤ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਲ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਆਪ ਸਾਰੀਆਂ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਆਪ ਜਿੰਨੇ ਗੁਰਦਰਬਾਰ ਵਿੱਚ ਮੌਜੂਦ ਹੋ, ਜਿੰਨੇ ਘਰ ਬੈਠੇ ਸਰਵਣ ਕਰ ਰਹੇ ਹੋ, ਚੌਥੀ ਅਸ਼ਟਪਦੀ ਦੇ 6 ਪਦਿਆਂ ਦੀ ਵਿਚਾਰ ਅਸੀਂ ਪਿਛਲੇ ਦਿਨਾਂ ਤੱਕ ਕਰ ਚੁੱਕੇ ਹਾਂ। ਔਰ ਸਲੋਕ ਹੈ, ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੰਭਾਲ। ਜਿਨ ਕੀਆ ਤਿਸ ਚੀਤ ਰਖ ਨਾਨਕ ਨਿਭੀ ਨਾਲ। ਜੋ ਨਾਲ ਨਿਭਣ ਵਾਲਾ ਹੈ ਉਹਨੂੰ ਚੇਤੇ ਰੱਖ, ਅਤੇ ਜਿਹੜਾ ਨਾਲ ਨਿਭਣ ਵਾਲਾ ਨਹੀਂ ਹੈ ਆਪਣੇ ਮਨ ਵਿੱਚ ਪੜਚੋਲ ਕਰ ਕਿ ਉਹ ਕਿਉਂ ਸਦਾ ਚੇਤੇ ਰਹਿੰਦਾ ਹੈ ਜਿਹਨੇ ਨਾਲ ਨਹੀਂ ਨਿਭਣਾ। ਗੁਰੂ ਨਾਨਕ ਸਾਹਿਬ ਕਹਿੰਦੇ, ਜਨ ਪਿਸਰ ਪਦਰ ਬਰਾਦਰਾਂ ਕਸਨੇਸ ਦਸਤੰਗੀਰ। ਆਖਰ ਬੇਅਫਤਮ ਕਸ਼ ਨਾ ਦਾਰਦ। ਆਖਰ ਅੰਤਮ ਵੇਲੇ ਕੋਈ ਨਾਲ ਨਹੀਂ ਹੋਏਗਾ। ਚੂੰ ਸ਼ਬਦ ਤਕਬੀਰ। ਸਭ ਇੱਥੇ ਆਪਣੀਆਂ ਆਪਣੀਆਂ ਗਰਜ਼ਾਂ ਨੂੰ ਲੈ ਕੇ ਬੈਠੇ ਨੇ। ਸਾਧੋ ਰਚਨਾ ਆਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਅਤੇ ਨਾਲ ਰਹਿਣ ਵਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ
ਅਵਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਸੋ ਆਪ ਬਖਸ਼ੋ ਅਸੀਸ। ਇਹ ਵਿਚਾਰਾਂ 6 ਪਦਿਆਂ ਤੱਕ ਹੋ ਚੁੱਕੀ ਸੀ ਕਿ ਅਸੀਂ ਦੀਨ ਬਣ ਕੇ ਗੁਰੂ ਕੋਲ ਆਏ ਹਾਂ ਅਤੇ ਗੁਰੂ ਸਾਨੂੰ ਅੰਨਿਆਂ ਨੂੰ ਰਸਤਾ ਦਿਖਾਉਣ ਵਾਲਾ ਹੈ। ਜੇ ਅਸੀਂ ਤੁਰ ਨਹੀਂ ਸਕਦੇ ਤੇ ਗੁਰੂ ਬਾਂਹ ਪਕੜ ਗੁਰ ਕਾਢਿਆ, ਬਾਂਹ ਫੜ ਕੇ ਸਾਨੂੰ ਕਰ ਗਿਆ ਲਿਓ, ਓੜ ਨਿਭਾਵੈ। ਓੜ ਕਹਿੰਦੇ ਹੈ ਧੁਰ ਤੱਕ, ਕਿਉਂਕਿ ਇਸ ਧਰਤੀ 'ਤੇ ਕੋਈ ਅੰਤ ਤੱਕ ਨਿਭਣ ਵਾਲਾ ਨਹੀਂ ਹੈ। ਸਭ ਜਗਤ ਮਹਿ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੈ, ਕਿਆ ਦਾਰਾ ਕਿਆ ਮੀਤ। ਇੱਥੇ ਤੇ ਮੇਰੋ ਮੇਰੋ ਸਭੋ ਕਹਿਤ ਹੈ, ਹਿਤ ਸਿਉ ਬਾਂਧਿਓ ਚੀਤ। ਹਿਤ ਕਹਿੰਦੇ ਆ ਝੂਠਾ ਮੂੰਹ, ਆਪਣੀ ਗਰਜ਼ ਕਰਕੇ ਸਾਰੇ ਜੁੜੇ ਹਾਂ, ਪਰ ਜਿਉਂ-ਜਿਉਂ ਅਸੀਂ ਬਾਣੀ ਵਿੱਚ ਜੁੜਦੇ ਹਾਂ ਅਸੀਂ ਜੀਵਨ ਦੇ ਹਿੱਤ ਤੋਂ ਹੇਤ ਤੋਂ ਨਿਰਮੋਹੀ ਹੋ ਜਾਂਦੇ ਹਾਂ, ਮੋਹ ਤੋਂ ਰਹਿਤ ਹੋਣਾ ਸ਼ੁਰੂ ਹੁੰਦੇ ਹਾਂ। ਸਾਡੀਆਂ ਮੋਹ ਦੀਆਂ ਬੰਦਿਸ਼ਾਂ ਅਤੇ ਦੁਨੀਆ ਦੀਆਂ ਆਸਾਂ ਇਹ ਨਿਰਾਸ਼ ਵਿੱਚ ਪ੍ਰਵਿਰਤ ਹੁੰਦੀ ਹੈ। ਫਿਰ ਮਹਾਰਾਜ ਜੀ ਕਹਿੰਦੇ ਜੇ ਅਸੀਂ ਗੂੰਗੇ ਹਾਂ, ਬਿਲਕੁਲ ਬੋਲ ਨਹੀਂ ਸਕਦੇ, ਅਤੇ ਬੁਲਾਉਣ ਵਾਲਾ ਵੀ ਕਰਤਾਰ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੇ। ਅਤੇ ਜੇ ਅਸੀਂ ਡੋਰੇ ਹੋ ਚੁੱਕੇ ਹਾਂ, ਸੁਣਦੇ ਹੀ ਨਹੀਂ, ਨਿੰਦਾ ਸੁਣ ਸੁਣ ਕੇ ਸਾਡੇ ਕੰਨ ਗੁਰੂ ਦੇ ਸ਼ਬਦ ਤੋਂ ਬੇਮੁਖ ਹੋ ਚੁੱਕੇ ਨੇ। ਅਤੇ ਮਹਾਰਾਜ ਕਹਿੰਦੇ ਨਿਸ ਕਹੀਐ ਤਉ ਸਮਝੈ ਭੋਰਾ, ਰਾਤ ਨੂੰ ਦਿਨ ਸਮਝੀ ਬੈਠੇ ਹਾਂ। ਸਮਝਿਓ ਇਸ ਗੱਲ ਨੂੰ, ਜੀਵਨ ਇੱਕ ਰਾਤ ਹੈ, ਝੂਠ ਨੂੰ ਸੱਚ ਸਮਝੀ ਬੈਠੇ ਹਾਂ, ਹਨੇਰੇ ਨੂੰ ਚਾਨਣ ਸਮਝੀ ਬੈਠੇ ਹਾਂ ਅਤੇ ਚਾਨਣ ਤੋਂ ਮੂੰਹ ਫੇਰੀ ਬੈਠੇ ਹਾਂ। ਨਿਸ ਕਹੀਐ ਤੂੰ ਸਮਝੈ ਭੋਰਾ, ਮਹਾਰਾਜ ਕਹਿੰਦੇ ਰਾਤ ਹੈ, ਇਹ ਹਨੇਰਾ ਹੈ, ਇਹ ਗੁੱਪ ਹਨੇਰਾ, ਅਸੀਂ ਭੋਰਾ, ਅਸੀਂ ਸਵੇਰ ਸਮਝੀ ਬੈਠੇ। ਨਹੀਂ ਜੀ, ਇਹੀ ਸਭ ਕੁਛ ਹੈ। ਮਹਾਰਾਜ ਕਹਿੰਦੇ ਕਹਾਂ ਬਿਸ਼ਨ ਪਦ ਗਾਵੈ ਗੁੰਗ, ਯਤਨ ਕਰੈ ਤੋ ਭੀ ਸੁਰ ਭੰਗ। ਅਤੇ ਹੁਣ ਜਦ ਰਸਨਾ ਲੋਭ ਮਿੱਠੇ ਸਾਧ ਵਿੱਚ ਫਸੀ ਹੋਈ ਹੈ, ਵਿਸ਼ਨੂੰ ਪਦੇ ਗਾ ਲੇਗੀ, ਗਾ ਹੀ ਨਹੀਂ ਸਕਦੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਅਤੇ ਗਾਉਣ ਦਾ ਵੀ ਯਤਨ ਕਰੇਗੀ, ਯਤਨ ਕਰੈ ਤੋ ਭੀ ਸੁਰ ਭੰਗ, ਬੇਸੁਰੀ ਭਾਵ ਹੋਰ ਹੀ ਕੁਝ ਗਾਏਗੀ। ਕਹੋ ਪਿੰਗਲ ਪਰਬਤ ਕਰ ਪਰ ਭਵਨ ਨਹੀਂ ਹੋਤ, ਉਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ। ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ, ਕਥਨਾ ਕਥੀ ਨਾ ਆਵੈ ਟੂਟ, ਕਥ ਕਥ ਕਥੀ ਕੋਟੀ ਕੋਟ ਕੋਟ। ਆਖੋ ਕਰੋੜਾਂ ਵਾਰੀ ਆਖੋ, ਬੇਅੰਤ ਵਾਰੀ ਆਖੋ। ਕੀ ਆਖੋ ਮਹਾਰਾਜ ਜੀ? ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਅਤੇ ਜੇ ਨਦਰ ਹੋਏਗੀ ਫਿਰ ਮਹਾਰਾਜ ਜੀ ਕਹਿੰਦੇ ਸੰਗ ਸਹਾਈ ਸੋ ਆਵੈ ਨਾ ਚੀਤ। ਜਿਹੜਾ ਨਾਲ ਨਿਭਣ ਵਾਲਾ ਹੈ ਫਿਰ ਪਤਾ ਲੱਗੇਗਾ ਕਿ ਉਹ ਚੇਤੇ ਹੀ ਨਹੀਂ ਕੀਤਾ। ਬਖਸ਼ੋ ਅਸੀਂ ਸਾਰੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸੰਗ ਸਹਾਈ ਸੋ ਆਵੈ ਨਾ ਚੀਤ, ਸੋ ਨਹੀਂ ਪੜ੍ਹਨਾ, ਸੋ ਆਵੈ ਨਾ ਚੀਤ। ਜਿਹੜਾ ਸੰਗੀ ਹੈ, ਨਾਲ ਨਿਭਣ ਵਾਲਾ ਹੈ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੋਬੈ ਤਸਕਰ ਨਹੀਂ ਲੇਵੈ, ਭਾਏ ਨਾ ਸਾਕੈ ਜਾਲੇ। ਜਿਹੜਾ ਨਿਭਣ ਵਾਲਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਥ ਸਾਥ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਸੰਗ ਸਹਾਈ ਸੋ ਆਵੇ ਨਾ ਚੀਤ। ਅਤੇ ਜਿਹੜਾ ਸੰਗ ਸਹਾਈ ਹੈ ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹੇ ਰਖਵਾਲੇ। ਇਹ ਰਖਵਾਲਾ ਹੈ ਗੁਰੂ ਕਾ ਸ਼ਬਦ, ਇਹ ਚੀਤ ਨਹੀਂ ਆਉਂਦਾ। ਜੋ ਬੈਰਾਈ ਤਾਂ ਸਿਓ ਪ੍ਰੀਤ। ਜਿਹੜਾ ਬੈਰੀ ਹੈ, ਤੇ ਬੈਰੀ ਕੀ ਹੈ? ਮਹਾਰਾਜ ਕਹਿੰਦੇ ਦੋ ਵੈਰ ਸਭ ਤੋਂ ਵੱਡੇ ਨੇ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਇਹ ਸਦਾ ਹੀ ਚੇਤੇ ਹੈ। ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਕਹਿੰਦੇ ਜੋ ਬੈਰਾਈ, ਜਿਹੜਾ ਸੱਚੀ ਮੁੱਚੀ ਵੈਰੀ ਹੈ ਸਾਡਾ, ਤੇ ਸਾਡਾ ਵੈਰੀ ਕੌਣ ਹੈ? ਇਸ ਦੇਹੀ ਅੰਦਰ ਪੰਜ ਚੋਰ ਵਸੈ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਹ ਵੈਰੀ ਨੇ, ਇਹਨਾਂ ਨਾਲ ਸਾਡੀ ਪ੍ਰੀਤ ਹੈ। ਬਲੂਆ ਕੇ ਗ੍ਰਹਿ ਭੀਤਰ ਬਸੈ, ਗ੍ਰਹਿ ਨਹੀਂ ਪੜ੍ਹਨਾ, ਗ੍ਰਹਿ ਗੱਗੇ ਨੂੰ ਸਿਹਾਰੀ ਹੈ। ਮਿੱਟੀ ਕਹਿੰਦੇ, ਬਲੂਆ ਮਿੱਟੀ ਨੂੰ ਕਿਹਾ ਗਿਆ ਕਿ ਇਹ ਸਰੀਰ ਮਿੱਟੀ ਦੀ ਨਿਆਈ ਹੈ। ਅਤੇ ਬਲੂਆ ਮਿੱਟੀ ਨਾ ਦਾਣੇ ਦਾਣੇਦਾਰ ਹੁੰਦੀ ਹੈ, ਕਿਰਦੀ ਹੈ। ਜਿਸ ਤਰ੍ਹਾਂ ਤੁਸੀਂ ਦੇਖਿਆ ਰੇਤਾ, ਇਹ ਸਰੀਰ ਖੁਰਦਾ ਜਾ ਰਿਹਾ, ਬਲੂਆ ਦਾ ਘਰ ਹੈ ਅਤੇ ਇਹ ਦਿਨੋਂ ਦਿਨ ਖੁਰਦਾ ਜਾ ਰਿਹਾ, ਦਾਣੇ ਦਾਣੇ ਹੋ ਕੇ ਇਹਨੇ ਇੱਕ ਦਿਨ ਕੱਖ ਨਹੀਂ ਰਹਿਣਾ। ਤੂੰ ਰਹਿੰਦਾ ਮਿੱਟੀ ਦੇ ਘਰ ਵਿੱਚ, ਅਤੇ ਮਿੱਟੀ ਘਰ ਵਿੱਚ ਰਹਿ ਕੇ ਕਹਿੰਦਾ ਮੈਨੂੰ ਕੌਣ ਕੀ ਕੁਝ ਕਹਿ ਸਕਦਾ, ਮੇਰਾ ਕੀ ਹੋਣ ਵਾਲਾ ਹੈ।
ਮਿੱਟੀ ਦੇ ਘਰ ਵਿੱਚ ਰਹਿਣ ਵਾਲੇ ਆ ਬੰਦਿਆ, ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ, ਦੌੜਿਓ ਫਿਰਤ ਹੈ ਅਨੰਦ ਕੇਲ ਮਾਇਆ ਰੰਗ ਰਸੈ। दौड़ियो फिरत है जब कछ पावत तब गर्भ करत है, माया गई तो रोवन लगत है। अनंद केल माया रंग रस है कि इस मिट्टी के घर विच भुल गया है कि ये जिहड़ी मिट्टी है ये एक खिन दे विच ढह ढेरी हो जाएगी। 3.5 मन देहोरी चलै पानी अन, आयो बंदा दुनी विच बथ असूणी बन, मलकल मौत जां आवसी सब दरवाजे पन। ये नहीं रहन वाली। दृढ़ कर मन है प्रतीत, इन्ना विश्वास रखिया होया मन दे विच मैनू की होने वाला है। एक बिनस है एक अस्थिर मन है, लै मैनू की होने वाला है, मैनू कुछ नहीं होता। दृढ़ कर मन है, मन के बैठा होया है कि मैं सदा ही रहना है, मैं सदा ही इत्थे हाँ, कि वो जाएगा वो मरण, उन्हां दा समय जानदा, मेरा समा थोड़ी है। पर सच ये है, महाराज कहते ये भुलेखा छड्ड दो, ये नहीं पता कि किहदा समा किस वेले लिखिया होया। ये भुलेखा छड्डिए। दृढ़ कर मन है, मन है प्रतीत, मन च विश्वास रखिया होया मैं तो सदा रहना है। पर महाराज कहते काल ना आवे मूड़े चीत, चित विच तैनू ये नहीं, जे मौत चेते होए फिर काहदा डर है। जे मौत चेते है, हुण भाई साहब भाई अमृतपाल सिंह जिन्हां दा जिक्र असी रोज़ पढ़ रहे हैं, सुन रहे हैं, मीडिया 'च देख रहे हैं, अगले नू कोई परवाह नहीं, भावें मेरे ते देश विद्रोह का केस पा दो, भावें मैनू अंदर कर दो, क्यों मौत चेते आ गई है। बाकी जो गल्लां मर्जी कहो, एक गल तो स्पष्ट है, गुरु की कला वरत रही है। जे गुरु की कला ना वरते तो कोई इस तरह बिल्कुल अडोल होकर गल नहीं कर सकता। सच्ची गल है, बस जिउंदा जागदा उदाहरण यह है कि किसी नू किसी का डर भौ ना सताए, तो जे डर नहीं सताया तो फिर बंदा निर्भौ है, निर्वैर है। जे डर सता गया फिर सच की बाणी नानक आखे, सच सुनाई की सी सच की वेला कह ही नहीं सकता। इनू महाराज कहते काल ना आवे मूड़े चीत, बैर विरोध काम क्रोध मोह। ये इनू असी कहते हैं महाराज कि बैरी दे नाल केड़ी प्रीत लाई है। पहला पढ़ के आए जो बैराई तां स्यो प्रीत, ते बैरी कौन ने, ये महाराज जी ने जिक्र किया। बैर विरोध काम क्रोध मोह, ये 5 ने एक तुक च। फिर झूठ बेकार महालोभ ध्रोह, फिर ये अगे जिक्र किया कि साडे मन दे विच काम क्रोध बैर विरोध बहुत शिखर ते है। असी बहुत क्रोध लई बैठे हाँ, झूठ विकार झूठे हाँ, विकारी हाँ, महालोभी होए हाँ, ध्रोह धोखेबाज हाँ। ये आहू जुगत बिहाने कई जन्मां तो असी इवें ही तुरे फिरदे हाँ। महाराज कहते जन्म जन्म के इस मन को मल लागी काला हुआ, शाह नानक राख लिहो आपन कर करम। जे रखण वाला है कोई फिर रखवाला गोबिंद राय भगतन की रास। जे कोई रखण वाला है फिर अरदास करो कि सच्चे पातशाह ये जड़ा जगत है ना, बाबा बिख देखिया संसार, रखिया करो गुसाई मेरे मैं नाम तेरा आधार। इको एक करम बख्शिश बचा सकती है जी। ठाकुर तुम पह अरदास, जियो पिंड सब तेरी रास। तुम मात पिता हम बारिक तेरे, तुमरी कृपा मह सुख कनेरे। कोई न जानै तुमरा अंत, ऊंचे ते ऊंचा भगवंत। सगल समग्री तुमरै सूत्र तारी, तुम ते होए सो आज्ञाकारी। तुमरी गत मित तुम ही जानी, नानक दास सदा कुर्बानी। ये शब्द 2 वेले ते घटो घट गुरस्थानां दे विच गुरुद्वारियां विच पढ़िया जाता है और बहुत ज़्यादा असी गलत पढ़ते हैं। इत्थे तू ठाकुर है, हम शुरू करते हैं तुम ठाकुर बोलते हैं, बहुत ज़्यादा सुनने को मिलता है। अरदास शुरू होती है तो सारे तुम ठाकुर तुम पै अरदास, तू ठाकुर। ये बचन शुद्ध पढ़ो, तुम पह अरदास जियो पिंड सब तेरी रास। तुम मात पिता हम बारिक तेरे, तुमरी कृपा में
सूख कनेरे। कोई न जानै तुमरा अंत, ऊंचे ते ऊंचा भगवंत। ਇਹਨੂੰ ਮਹਾਰਾਜ ਜੀ ਬਖਸ਼ਿਸ਼ ਕਰਦੇ ਕਿ ਤੂੰ ਵੱਡਾ ਹੈ, ਤੂੰ ਠਾਕਰੋ ਬੈਰਾਗਰੋ, ਮੈਂ ਜਿਹੀ ਘਣ ਚੇਰੀ ਰਾਮ, ਤੂੰ ਸਾਗਰੋ ਰਤਨਾਗਰੋ, ਹਉ ਸਾਰ ਨਾ ਜਾਣਾ ਤੇਰੀ ਰਾਮ। ਸਾਰ ਨਾ ਜਾਣਾ, ਤੂੰ ਵੱਡ ਦਾਣਾ ਕਰ ਮਿਹਰਮਤ, ਸਾਈਂ ਕਿਰਪਾ ਕੀਜੈ, ਸਾਂ ਮਤ ਦੀਜੈ, ਆਠ ਪਹਿਰ ਤੁਧ ਧਿਆਈ। ਪਹਿਲੀ ਤੁਕ ਅਰਦਾਸ ਦੀ ਇਹ ਚੇਤੇ ਕਰਾਉਂਦੀ ਹੈ, ਅਰਦਾਸ ਸ਼ੁਰੂ ਕਰਨ ਤੋਂ ਪਹਿਲਾਂ, ਕਿ ਤੂੰ ਅਰਦਾਸ ਵੀ ਨਹੀਂ ਕਰ ਸਕਦਾ, ਪਹਿਲਾਂ ਇਹ ਬੇਨਤੀ ਕਰ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਕਰਵਾ ਲਓ। ਤੂੰ ਠਾਕੁਰ ਹੈ, ਵੱਡਾ ਹੈ, ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਤੂੰ ਵੱਡਾ ਹੈ, ਤੂੰ ਠਾਕੁਰ, ਤੁਮ ਪਹਿ ਅਰਦਾਸ, ਤੇ ਮੈਂ ਠਾਕੁਰ ਨੂੰ ਕੀ ਆਖਾਂਗਾ। ਤੂੰ ਸੁਲਤਾਨ ਕਹਾ ਹੋ ਮੀਆਂ, ਤੇਰੀ ਕਮਨ ਵਡਾਈ। ਜੀਓ ਪਿੰਡ ਸਭ ਤੇਰੀ ਰਾਸ, ਇਹ ਪੂੰਜੀ ਤੇਰੀ ਹੈ, ਮੇਰੀ ਨਹੀਂ ਹੈ। ਇਹ ਜੀਓ ਵੀ, ਆਤਮਾ ਵੀ, ਇਹ ਸਰੀਰ ਪਿੰਡ ਵੀ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਮੈਂ ਬੱਚਾ ਬਣ ਕੇ ਆਇਆ, ਮੈਂ ਵੱਡਾ ਬਣ ਕੇ ਨਹੀਂ ਆਇਆ, ਮੈਂ ਤੇਰਾ ਖਸਮ ਬਣ ਕੇ ਨਹੀਂ ਆਇਆ। ਵਾਹਿਗੁਰੂ ਤੈਨੂੰ ਹੁਕਮ ਕਰਨ ਨਹੀਂ ਆਇਆ ਕਿ ਇਵੇਂ ਕਰ, ਮੈਂ ਬੱਚਾ ਬਣ ਕੇ ਆਇਆ, ਇਵੇਂ ਬਣ ਕੇ ਆਇਆ ਕਿ ਸੱਚੇ ਪਾਤਸ਼ਾਹ ਕਿ ਤੁਸੀਂ ਮੇਰੇ ਮਾਂ-ਬਾਪ ਹੋ, ਅਤੇ ਤੁਹਾਡਾ ਦਿੱਤਾ ਨਾਮ ਮੇਰੇ ਵਾਸਤੇ ਸਭ ਕੁਛ ਹੈ। ਨਾਨਕ ਬਾਰਿਕ ਤੁਮ ਮਾਤ ਪਿਤਾ, ਮੈਂ ਬਾਰਿਕ ਹਾਂ, ਤੂੰ ਮੇਰਾ ਮਾਂ ਬਾਪ ਹੈ। ਨਾਨਕ ਬਾਰਿਕ ਤੁਮ ਮਾਤ ਪਿਤਾ, ਮੁਖ ਨਾਮ ਤੁਮਾਰੋ ਖੀਰਾ, ਤੇਰਾ ਨਾਮ ਮੇਰੇ ਵਾਸਤੇ ਆਧਾਰ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਤੁਹਾਡੀ ਕਿਰਪਾ ਹੋ ਜਾਏ, ਭਾਵੇਂ ਮਹਾਰਾਜ ਦੁੱਖਾਂ ਵਿੱਚ ਰੱਖ ਲਓ, ਮੇਰੇ ਲਈ ਸੁੱਖ ਹੈ। ਭਾਵੇਂ ਕੱਖਾਂ ਦੀ ਕੁਲੀ ਵਿੱਚ ਰੱਖ ਲਓ, ਕਿਰਪਾਲੂ ਤੁਸੀਂ ਹੋ, ਮੇਰੇ ਵਾਸਤੇ ਉਹ ਔਕੜਾ ਨਹੀਂ। ਭਾਵੇਂ ਤੁਸੀਂ ਕੰਡਿਆਂ 'ਤੇ ਮੈਨੂੰ ਤੋਰ ਦਿਓ, ਮੇਰੇ ਵਾਸਤੇ ਉਹ ਵੀ ਕਨੇਰੇ ਸੁੱਖ ਨੇ, ਕਿਉਂਕਿ ਤੁਹਾਡੀ ਕਿਰਪਾ ਵੱਡੀ ਹੈ, ਤੁਹਾਡੀ ਮਿਹਰ ਵੱਡੀ ਹੈ। ਕੋਈ ਨ ਜਾਣੈ ਤੁਮਰਾ ਅੰਤ, ਊਚੇ ਤੇ ਊਚਾ ਭਗਵੰਤ। ਪਰੇ ਤੋਂ ਪਰੇ ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਏਡੇ ਵੱਡੇ ਹੋ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਤੇਰੇ ਮਰਤਬੇ ਤੱਕ ਕੋਈ ਨਹੀਂ ਪਹੁੰਚ ਸਕਦਾ। ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਤੂੰ ਕੁਛ ਸੋਚਦਾ ਹੋ ਰਿਹਾ ਬੰਦਿਆ, ਤੇ ਰੱਬ ਕੁਛ ਹੋਰ ਤੇਰੇ ਵਾਸਤੇ ਸੋਚੀ ਬੈਠਾ ਹੈ। ਉਹਦੇ ਮਰਤਬੇ ਬਾਰੇ ਤੂੰ ਨਹੀਂ ਕਹਿ ਸਕਦਾ। ਜੀਆਂ ਅੰਦਰ ਜਿਉ ਸਭ ਕੁਛ ਜਾਣ ਲਾ, ਸਭ ਕੁਛ ਤੇਰਾ ਵਸ, ਤੇਰਾ ਕਰ ਭਲਾ। ਤੇਰੇ ਘਰ ਆਨੰਦ ਵਡਾਈ, ਤੁਧ ਘਰ ਮਾਣ ਮਹੱਤਾ, ਤੇਜ ਆਪਣਾ ਆਪ ਜਰ। ਕੌਣ ਹੈ ਤੇਰੀ ਦਾਤ ਨੂੰ ਵੀ ਕੋਈ ਮਾਣ ਦੇ ਤੁਹਾਡੀ ਕਿਰਪਾ ਤੋਂ ਬਿਨਾ। ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ ਸੂਤਰ ਨਹੀਂ ਪੜ੍ਹਨਾ। ਸੂਤਰ ਪੜ੍ਹਦੇ ਹਾਂ ਅਸੀਂ ਬਹੁਤ ਜ਼ਿਆਦਾ। ਸੂਤਰ, ਇਹ ਸੂਤਰ ਲਿਖਿਆ ਤੇ ਸੂਤਰ ਹੀ ਪੜ੍ਹਨਾ ਕਿ ਸਾਰੀ ਕਾਇਨਾਤ ਤੁਹਾਡੇ ਹੀ ਸੂਤ ਵਿੱਚ ਨਪੀ ਹੋਈ ਹੈ। ਜਿਵੇਂ ਮੋਤੀਆਂ ਦੇ ਮਣਕੇ ਇੱਕ ਧਾਗੇ ਵਿੱਚ ਹੁੰਦੇ ਨਾ, ਇਸ ਤਰ੍ਹਾਂ ਸਾਰੀ ਕਾਇਨਾਤ ਮਣਕੇ ਨੇ, ਤੇ ਸੂਤਰ ਤੁਹਾਡਾ, ਜਿਹਨੂੰ ਤੁਸੀਂ ਪਰੋਈ ਬੈਠੇ ਹੋ ਸਾਰਿਆਂ ਨੂੰ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਸਭ ਤੁਹਾਡੇ ਹੁਕਮ ਵਿੱਚ ਹੈ ਸਾਰਾ ਕੁਝ। ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ। ਸਭ ਕੁਝ ਤੁਹਾਡੇ ਹੁਕਮ ਵਿੱਚ ਹੈ, ਤੁਹਾਡੀ ਆਗਿਆ ਵਿੱਚ ਹੈ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾਸ ਬਣ ਕੇ, ਦਾਸ਼ਤ ਬਣ ਕੇ ਕਹਿੰਦੇ ਕਿ ਤੁਹਾਡੀ ਕੁਦਰਤ ਤੋਂ ਕੁਰਬਾਨ ਹਾਂ ਜੀ, ਕਿਉਂਕਿ ਤੁਹਾਡੀ ਗਤ ਮਿਤ, ਤੁਹਾਡੀ ਅੰਦਰ ਦੀ ਕੀ ਅਵਸਥਾ ਹੈ ਵਾਹਿਗੁਰੂ ਜੀ। ਮਤਾ ਕਰੈ ਪੱਛਮ ਕੈ ਤਾਈ, ਪੂਰਬ ਹੀ ਲੈ ਜਾਤ, ਖਿਨ ਮੈਂ ਥਾਪ ਉਥਾਪਨ ਹਾਰਾ, ਆਪਨ ਹਾਥ ਮਤਾਂਤ। ਫੈਸਲਾ ਤੁਹਾਡੇ ਹੱਥ ਵਿੱਚ ਹੈ, ਤੁਹਾਡੀ ਗਤ ਮਿਤ ਕੋਈ ਨਹੀਂ ਜਾਣ ਸਕਦਾ। ਹਰ ਕੀ ਗਤ ਨਾ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਇਸ ਕਰਕੇ ਦਾਸ ਬਣ ਕੇ ਕੁਰਬਾਨ ਜਾਇਆ ਜਾ ਸਕਦਾ ਹੈ ਜੀ। ਸਲੋਕ ਦੀਨ ਹਾਰ ਪ੍ਰਭ ਛੋੜ ਕੈ, ਲਾਗਹਿ ਆਨ ਸੁਆਏ, ਨਾਨਕ ਕਉ ਨਾ ਸੀਜਈ, ਬਿਨ ਨਾਮੈ ਪਤ ਜਾਏ। ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਫਿਰ ਇਹ ਪੰਜਵੀਂ ਅਸ਼ਟਪਦੀ ਦੀ ਆਰੰਭਤਾ ਕਰਦੇ ਨੇ। ਹੁਣ 4 ਅਸ਼ਟਪਦੀਆਂ ਤੱਕ, ਪਹਿਲੇ 3 ਤੱਕ ਅਸੀਂ ਤੇ ਆਪਣੀ ਔਕਾਤ ਸਮਝ ਰਹੇ ਹਾਂ, ਕਿਉਂਕਿ ਤੀਜੀ ਅਸ਼ਟਪਦੀ ਦੇ ਸ਼ਲੋਕ ਵਿੱਚ ਅਸੀਂ ਇਹ ਸਮਝਿਆ ਸੀ ਕਿ ਭਾਈ ਰਾਮਈਆ ਕੇ ਗੁਣ ਚੇਤ ਪ੍ਰਾਣੀ, ਔਕਾਤ ਨੂੰ ਚੇਤੇ ਰੱਖ, ਕੀ ਦਾ ਕੀ ਵਾਹਿਗੁਰੂ ਨੇ ਤੈਨੂੰ ਬਣਾਇਆ। ਪਰ ਤੂੰ ਉਹਦੀ ਔਕਾਤ ਚੇਤੇ ਰੱਖੇਂਗਾ ਤੇ ਫਿਰ ਅੱਗੇ ਪਤਾ ਲੱਗੇਗਾ ਤੂੰ ਕੌਣ ਹੈ। ਤੇ ਚੌਥੀ ਅਸ਼ਟਪਦੀ ਵਿੱਚ ਪਤਾ ਲੱਗਿਆ ਅਸੀਂ ਨਿਰਗੁਣਾ ਤੇ ਸਾਰੇ ਗੁਣਾਂ ਦਾ ਮਾਲਕ ਉਹ ਹੈ।
ਫਿਰ ਇਸ ਕਰਕੇ ਨਿਰਗੁਣ ਯਾਰ ਇਆਣਿਆ ਸੋ ਪ੍ਰਭ ਸਦਾ ਸੰਭਾਲ। ਹੁਣ ਜਦ ਇਹ ਗੱਲ ਪਤਾ ਲੱਗ ਗਈ ਕਿ ਉਹਦੇ ਦਰ ਤੇ ਹੁਕਮ ਨਹੀਂ ਚੱਲਦਾ, ਨਾਨਕ ਦਾਸ ਸਦਾ ਕੁਰਬਾਨੀ, ਦਾਸ ਰਹਿ ਕੇ ਅਸੀਂ ਉਸ ਤੋਂ ਕੁਰਬਾਨ ਹੁੰਦੇ ਹਾਂ। ਫਿਰ ਅੱਗੇ ਅਰਦਾਸ ਕਰਨ ਦੀ ਅਵਸਥਾ ਦੇ ਵਿੱਚ ਮਹਾਰਾਜ ਕਹਿੰਦੇ ਹੈ ਕਿ ਹੁਣ ਭਲਿਆ ਜੇ ਰੱਬ ਤੋਂ ਮੰਗਣ ਆਇਆ ਨਾ ਦਾਸ ਬਣ ਕੇ, ਫਿਰ ਹੁਣ ਮੈਂ ਤੈਨੂੰ ਦੱਸਾਂ, ਗੁਰੂ ਅਰਜਨ ਸਾਹਿਬ ਕਹਿੰਦੇ ਕੀ ਮੰਗਣਾ ਹੈ ਤੇ ਕੀ ਨਹੀਂ ਮੰਗਣਾ। ਹੁਣ ਇਸ ਅਸ਼ਟਪਦੀ ਦੇ ਵਿੱਚ ਨਾਮ ਦੀ ਦਾਤ ਮੰਗਣ ਵਾਸਤੇ ਤਿਆਰੀ ਹੈ, ਜਿਸ ਦਾਤ ਨੂੰ ਛੱਡ ਕੇ ਅਸੀਂ ਹੋਰ ਮੰਗੀ ਫਿਰਦੇ ਹਾਂ। ਤੇ ਜੇ ਦੱਸਾਂ ਸਾਨੂੰ ਵਸਤੂਆਂ ਰੱਬ ਦੇ ਦੇ, ਇੱਕ ਨਾ ਦੇ, ਉਸ ਇੱਕ ਦੇ ਉਲਾਮੇ ਦੇ ਵਿੱਚ ਹੀ ਅਸੀਂ ਰੱਬ ਤੋਂ ਬੇਮੁਖ ਹੋ ਜਾਂਦੇ ਹਾਂ। ਅਸੀਂ ਆਪਣੇ ਕੀਤੇ ਦੀ ਸਾਰੀ ਕੀਤੀ ਕਮਾਈ ਨੂੰ ਮਹਾਰਾਜ ਜੀ ਕਹਿੰਦੇ ਹੈ ਵਿਅਰਥ ਗਵਾ ਲੈਂਦੇ ਹੈ। ਇਹ ਹੈ ਸ਼ਲੋਕ, ਦੇਨਹਾਰ ਪ੍ਰਭ ਛੋੜ ਕੇ ਲੱਗ ਹੈ ਆਨ ਸੁਆਏ। ਆਨ ਦਾ ਮਤਲਬ ਦੂਜਾ ਹੈ, ਸੁਆਏ ਦਾ ਮਤਲਬ ਸਵਾਦ ਨੇ, ਸਵਾਰਥ ਨੇ। ਕਹਿੰਦੇ ਇੱਕ ਵਾਹਿਗੁਰੂ ਨੂੰ ਛੱਡ ਕੇ ਅਸੀਂ ਹੋਰ ਪਾਸੇ ਮੰਗੀ ਫਿਰਦੇ ਹਾਂ। ਨਾਨਕ ਕਹੂ ਨਾ ਸੀਜਹੀ ਬਿਨ ਨਾਵੈ ਪਤ ਜਾਏ। ਸੱਚ ਤੇ ਇਹ ਦੁਨੀਆ ਦੇ ਸਾਰੇ ਪਦਾਰਥ ਤੈਨੂੰ ਮਿਲ ਜਾਣ ਤਾਂ ਵੀ ਤੈਨੂੰ ਰੱਬ ਦੀ ਦਰਗਾਹ ਦੇ ਵਿੱਚ ਜਿੱਤ ਪ੍ਰਾਪਤ ਨਹੀਂ ਹੋਏਗੀ, ਸ਼ੋਭਾ ਨਹੀਂ ਮਿਲੇਗੀ। ਨਾਮ ਤੋਂ ਬਿਨਾਂ ਤੈਨੂੰ ਕੋਈ ਨਹੀਂ ਪੁੱਛੇਗਾ। ਕਹਿੰਦੇ ਭਾਵੇਂ ਦੁਨੀਆ ਦੇ ਜਿੰਨੇ ਮਰਜ਼ੀ ਪਦਾਰਥ ਹੋਣ, ਮੋਤੀ ਤਾਂ ਮੰਦਰ ਊਸਰਹਿ ਰਤਨੀ ਤਾਂ ਹੋਵੇਂ ਜੜਾਉ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਇਹ ਵੀ ਹੋਏ, ਸੱਚ ਤੇ ਹੈ ਹਰ ਬਿਨ ਜੀਓ ਜਲ ਬਲ ਜਾਓ। ਰਹਾਉ ਦੀ ਤੁਕ ਹੈ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀ ਥਾਉ। ਇਸ ਕਰਕੇ ਮਹਾਰਾਜ ਜੀ ਸਾਨੂੰ ਕਹਿੰਦੇ ਆ ਕਿ ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹੋ ਆਸ ਇਹੋ ਆਧਾਰ। ਇਹੀ ਆਸ ਹੈ, ਉਹਨੂੰ ਛੱਡ ਕੇ ਅਸੀਂ ਆਨ ਸਵਾਏ ਹੋਰ ਸਵਾਦਾਂ ਦੇ ਵਿੱਚ ਲੱਗ ਗਏ ਹਾਂ। ਨਾਨਕ ਕਹੂ ਨਾ ਸੀਜੇ, ਕਦੀ ਵੀ ਸਾਨੂੰ ਪਤ ਨਹੀਂ ਪ੍ਰਾਪਤ ਹੋਣੀ। ਜੀਵਨ ਦੀ ਸੱਚਾਈ ਜਾਂ ਜੀਵਨ ਫਤਿਹਯਾਬੀ, ਜੀਵਨ ਹਾਰ ਕੇ ਹੀ ਜਾਵਾਂਗੇ। ਬਿਨ ਨਾਵੈ ਪਤ ਜਾਏ, ਨਾਮ ਤੋਂ ਬਿਨਾ ਇੱਜ਼ਤ ਗਵਾ ਕੇ ਜਾਂਦੇ ਹਾਂ ਜੀ। ਅਸ਼ਟਪਦੀ 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਏਕ ਭੀ ਨਾ ਦੇ 10 ਵੀ ਹਿਰਲੇ, ਤਉ ਮੂੜਾ ਕਹੋ ਕਾ ਕਰੇ। ਜਿਸ ਠਾਕੁਰ ਸਿਉ ਨਾਹੀ ਚਾਰਾ, ਤਾਂ ਕਉ ਕੀਜੈ ਸਦ ਨਮਸਕਾਰਾ। ਜਾਂ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ। ਜਿਸ ਜਨ ਆਪਣਾ ਹੁਕਮ ਪਛਾਤਾ, ਸਰਬ ਥੋਕ। ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ। ਅਸ਼ਟਪਦੀ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਅਸੀਂ ਇੱਕ ਬਚਨ ਚੇਤੇ ਕਰੀਏ ਗੁਰੂ ਨਾਨਕ ਸਾਹਿਬ ਦਾ। ਸਾਹਿਬ ਜੀ ਕਹਿੰਦੇ ਹੈ, ਕਿਉਂਕਿ ਇਹ ਅਸ਼ਟਪਦੀ ਦਾ ਪਹਿਲਾ ਪਦਾ ਗੁਰੂ ਅਰਜਨ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ ਮਨਾਇਆ, ਅਸੀਂ ਦਿਹਾੜਾ ਮਨਾਇਆ ਕੱਲ੍ਹ ਨੂੰ। ਬੇਅੰਤ ਸੰਗਤਾਂ ਗੁਰੂ ਦੇ ਦਰ 'ਤੇ ਆਈਆਂ ਨੇ, ਅਤੇ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੇ ਹੁਕਮ ਹੀ ਨਹੀਂ ਮੰਨਿਆ, ਫਿਰ ਸ਼ਬਦ ਗੁਰੂ ਅੱਗੇ ਮੱਥਾ ਟੇਕ ਕੇ ਫਾਇਦਾ ਕੀ ਹੋਇਆ। ਫਿਰ ਤਾਂ ਮੱਥਾ ਹੀ ਲਾ ਕੇ ਗਏ ਹਾਂ ਗੁਰੂ ਤੋਂ। ਸੱਚੀ ਮੁੱਚੀ ਦੇਨਹਾਰ ਪ੍ਰਭ ਛੋੜ ਕੇ, ਜੋ ਸਭ ਕੁਝ ਦੇਣ ਵਾਲਾ ਉਹਨੂੰ ਅਸੀਂ ਛੱਡ ਕੇ ਹੋਰ ਪਦਾਰਥ, ਹੋਰ ਚੀਜ਼ਾਂ। ਠੀਕ ਹੈ, ਸਭ ਕੁਝ ਮੰਗਣਾ ਹੈ, ਦਾਲ ਸੀਦਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਕੱਲਾ ਹੁਣ ਇਹ ਤੁਕ ਮੰਗ ਕੇ ਪੜ੍ਹ ਕੇ ਥੋੜ੍ਹੀ ਕਹਿ ਦਾਂਗੇ ਕਿ ਬਈ ਇਹ ਵੀ ਤਾਂ ਮੰਗਣ ਵਾਸਤੇ ਕਿਹਾ। ਪਰ ਅੰਤ ਦੇ ਵਿੱਚ ਤੇ ਇਹੀ ਗੱਲ ਭਗਤ ਜੀ ਨੇ ਨਿਬੇੜਾ ਕੀਤਾ ਕਿ ਮੈਂ ਲੱਭ ਨਹੀਂ ਕੀਤਾ, ਮੈਂ ਨਾ ਹੀ ਕੀਤਾ ਲੱਭੋ, ਇੱਕ ਨਾਮ ਤੇਰਾ ਮੈਂ ਫੱਬੋ। ਮੈਂ ਤੇਰੇ ਨਾਮ ਨੂੰ ਧਿਆਉਣ ਵਾਸਤੇ ਇਹ ਚੀਜ਼ਾਂ ਮੰਗ ਰਿਹਾ ਕਿ ਤੇਰਾ ਨਾਮ ਚੇਤੇ ਆਏ। ਅਤੇ ਇਹਦੇ ਵਿੱਚ ਅਰਦਾਸ ਹੈ ਕਿ ਪ੍ਰਭੂ ਦੁਨੀਆ ਦੀ ਹਰ ਵਸਤੂ ਤੂੰ ਮੈਨੂੰ ਦੇਈਂ, ਪਰ ਉਹ ਵੀ ਨਾ ਮੇਰੇ ਤੋਂ, ਭਾਵ ਕਿ ਨਾਮ ਵੀ ਨਾ ਖੁੱਸ ਪਏ, ਉਹੀ ਦੇਈਂ ਜਿਹਦੇ ਮਿਲਿਆ ਮੈਨੂੰ ਨਾਮ ਚੇਤੇ ਰਹੇ, ਜਿਸ ਪਦਾਰਥ ਦੇ ਵਿੱਚ ਮੈਨੂੰ ਤੇਰਾ ਸ਼ੁਕਰਾਨਾ ਲੱਗੇ। ਅਸ਼ਟਪਦੀ ਦੀ ਆਰੰਭਤਾ ਹੈ। ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਅਸੀਂ ਚੇਤੇ ਕਰੀਏ। ਸਾਹਿਬ ਗੁਰੂ ਨਾਨਕ ਸਾਹਿਬ ਜੀ ਬੜਾ ਕੁਝ ਕਹਿੰਦੇ ਆ, ਕਹਿੰਦੇ ਜੋ ਮਰਜ਼ੀ ਦੁਨੀਆ ਦੇ ਪਦਾਰਥ ਮਿਲ ਜਾਣ ਔਰ ਹਰ ਚੀਜ਼ ਦੀ ਪ੍ਰਾਪਤੀ ਹੋ ਜਾਏ, ਹਰ ਥਾਂ 'ਤੇ ਮਨੁੱਖ ਸ਼ੋਭਾ ਪ੍ਰਾਪਤ ਕਰੇ, ਪਰ ਇੰਨੀ ਕੁ ਗੱਲ ਜਪ ਬਾਣੀ ਦੇ ਵਿੱਚ ਕਹੀ ਹੈ, ਜੇ ਤਿਸ ਨਦਰ ਨਾ ਆਵਈ ਤਾਂ
ਵਾਤ ਨਾ ਪੁੱਛੈ ਕੇ। ਇਧਰੋਂ ਹੀ ਅਸੀਂ ਸ਼ੁਰੂ ਕੀਤਾ ਸੀ, ਬਿਨ ਨਾਵੈ ਪਤ ਜਾਏ ਨਾਨਕ ਕਹੂ ਨਾ ਸੀਜਈ, ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ, ਗੁਣਮੰਤਿਆਂ ਗੁਣ ਦੇ। ਦੇਣ ਵਾਲਾ ਉਹ ਹੈ, 10 ਵਸਤੂ ਲੈ ਪਾਛੈ ਪਾਵੈ। ਤੁਸੀਂ ਪਾਤਸ਼ਾਹ ਜੀ ਕਿੰਨੀਆਂ ਵਸਤੂਆਂ ਦਿੱਤੀਆਂ? 10 ਇੱਕ ਮੈਟਾਫਰ ਹੈ ਕਿ ਇੰਨਾ ਕੁਛ ਦਿੱਤਾ। ਵੈਸੇ ਇਹ 10 ਵਸਤੂ 10 ਦੁਆਰੇ ਜੇ ਦੇਖੇ ਜਾਣ ਨਾ ਸਰੀਰ ਦੇ, ਸਭ ਤੋਂ ਕੀਮਤੀ ਇਹੀ ਵਸਤੂ ਹੈ ਜੇ ਦੇਖੀ ਜਾਏ ਸਰੀਰ ਦੀ। ਤੁਸੀਂ ਅਧਿਆਤਮਕ ਟੀਕੇ ਪੜ੍ਹੋ ਵਿਦਵਾਨਾਂ ਦੇ, ਉਹ 10 ਵਸਤੂ ਨੂੰ ਇਹ ਸਰੀਰ ਦੇ 10 ਦੁਆਰੇ ਕਹਿੰਦੇ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰਖਾਇਆ। ਇਹ ਜਿਹੜੀ ਵਸਤੂ, ਇਸ ਤੋਂ ਵੱਡੀ ਵਸਤੂ, ਇਸ ਵਸਤੂ ਦੀ ਕੀਮਤ ਕੋਈ ਨਹੀਂ ਦੇ ਸਕਦਾ। ਇਹਦੇ ਅੰਦਰ ਚਲਦੇ ਸਵਾਸਾਂ ਦੀ ਕੋਈ ਕੀਮਤ ਨਹੀਂ ਹੈ। ਚਲੋ ਦੁਨੀਆ ਦੇ ਪਦਾਰਥਾਂ ਦੇ ਅਸੀਂ ਅਰਥ ਲਈਏ, ਜਿਹੜਾ ਪ੍ਰੋਫੈਸਰ ਸਾਹਿਬ ਸਿੰਘ ਕਰਦੇ ਹੈ, ਭਾਈ ਵੀਰ ਸਿੰਘ ਕਰਦੇ ਆ। 10 ਵਸਤੂ ਲੈ ਪਾਛੈ ਪਾਵੈ। ਬੰਦਾ 10 ਵਸਤੂਆਂ ਲੈ ਕੇ ਭੁੱਲ ਜਾਂਦਾ, ਉਹਦਾ ਰਸ ਫਿੱਕਾ ਪੈ ਜਾਂਦਾ। ਇੱਕ ਮਿਲ ਜਾਏ, 2 ਮਿਲ ਜਾਏ, 10, 100 ਮਿਲ ਜਾਣ, 1000 ਮਿਲ ਜਾਣ, ਹਫਤੇ 2 ਹਫਤੇ ਮਹੀਨੇ ਸਾਲ ਬਾਅਦ ਸੱਚੀ ਮੁੱਚੀ ਜਿੰਨਾ ਬੇਸ਼ਕੀਮਤੀ ਮਰਜ਼ੀ ਪਦਾਰਥ ਹੋਏ, ਬੰਦੇ ਲਈ ਉਹਦੀ ਕੀਮਤ ਘਟ ਜਾਂਦੀ ਹੈ। ਕਿਉਂ? ਉਸ ਦਿਨ ਉਸ ਪਦਾਰਥ ਦੀ ਕੀਮਤ ਖਤਮ ਹੋ ਜਾਂਦੀ ਹੈ ਜਿਸ ਦਿਨ ਬੰਦਾ ਉਹਨੂੰ ਖਰੀਦਣ ਦੇ ਜੋਗਾ ਹੋ ਜਾਂਦਾ ਹੈ। ਜਿੰਨਾ ਚਿਰ ਤੱਕ ਬੰਦਾ ਉਹਨੂੰ ਖਰੀਦ ਨਹੀਂ ਸਕਦਾ, ਬੰਦੇ ਦੇ ਮਨ ਵਿੱਚ ਉਹਦੀ ਬੜੀ ਕੀਮਤ ਹੈ। ਉਹ ਬੰਦੇ ਲਈ ਉਹ ਬਹੁਤ ਕੁਛ ਹੈ, ਉਹ ਪਦਾਰਥ ਹੀ ਸਭ ਕੁਛ ਹੁੰਦਾ। ਜਿਸ ਦਿਨ ਬੰਦਾ ਉਹਦੀ ਕੀਮਤ ਪਾ ਲੈਂਦਾ, ਉਹਦੀ ਫਿਰ ਕੀਮਤ ਖਤਮ, ਫਿਰ ਉਹਦੀ ਵੈਲਿਊ ਵੀ ਖਤਮ ਤੇ ਉਹਦਾ ਰਸ ਵੀ ਖਤਮ। ਮਹਾਰਾਜ ਕਹਿੰਦੇ ਇੰਨੇ ਪਦਾਰਥ ਤੈਨੂੰ ਮਿਲੇ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਬਚਨ ਅਸੀਂ ਬਾਰ-ਬਾਰ ਚੇਤੇ ਕਰ ਰਹੇ ਹਾਂ ਕਿ ਏਕ ਨਹੀਂ ਦਾਤ ਆਪਸ ਤੇ ਜੋ ਪਾਈਐ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਕਰਮਾਤ ਕਰਮ ਪਲਸ ਦਾਤ ਜਿਹੜੀ ਹੈ ਨਾ, ਬਖਸ਼ਿਸ਼ ਨਾਲ ਜਿਹੜੀ ਮਿਲੀ ਹੋਈ ਚੀਜ਼ ਹੈ, ਉਹ ਖੁਸ਼ੀਆਂ ਦੇਗੀ। ਜਿਹੜੀ ਆਪਣੇ ਹੁਜਤ ਦੇ ਨਾਲ ਲਈ ਹੋਈ ਕਿ ਨਹੀਂ ਜੀ ਮੇਰੀ ਕਮਾਈ ਹੈ, ਮੇਰੀ ਮਿਹਨਤ ਹੈ, ਮਹਾਰਾਜ ਕਹਿੰਦੇ ਏਕ ਨਹੀਂ ਦਾਤ ਆਪਸ ਤੇ ਜੋ ਪਾਈ ਹੈ। ਉਹ ਦਾਤ ਨਹੀਂ ਹੈ, ਉਹ ਰੋਗ ਹੈ। ਉਹ ਦਾਤ ਨਹੀਂ ਹੈ, ਉਹ ਦੁੱਖ ਹੈ। ਉਹ ਦਾਤ ਨਹੀਂ ਹੈ, ਉਹ ਉਜੜ ਪਾਉਣ ਵਾਲੀ, ਰੱਬ ਤੋਂ ਤੋੜਨ ਵਾਲੀ ਇੱਕ ਬਿੱਧ ਹੈ। ਸੱਚੀ ਮੁੱਚੀ ਗੁਰੂ ਆਪ ਜਿਹਨੂੰ ਉਜੜ ਪਾਉਣਾ ਹੁੰਦਾ ਨਾ, ਉਹ ਫਿਰ ਰੱਬ ਐਸੇ ਪਾਸੇ ਤੋੜ ਦਿੰਦਾ ਕਿ ਫਿਰ ਬੰਦਾ ਕਦੀ ਰੱਬ ਵਾਲੇ ਪਾਸੇ ਮੁੜ ਕੇ ਆਉਂਦਾ ਹੀ ਨਹੀਂ ਹੈ। ਉਹਨੂੰ ਦਾਤ ਨਹੀਂ ਕਿਹਾ ਜਾ ਸਕਦਾ। ਉਹ ਰੱਬ ਤੋਂ ਟੁੱਟਿਆ ਹੋਇਆਂ ਦੀ ਮਹਾਰਾਜ ਕਹਿੰਦੇ ਬਿੱਧ ਹੈ। 10 ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਕੋਈ ਇੱਕ ਵਸਤੂ ਬੰਦੇ ਨੂੰ ਨਹੀਂ ਮਿਲਦੀ ਨਾ, ਉਹਦੇ ਕਰਕੇ ਬੰਦਾ ਆਪਣਾ ਰੱਬ ਤੋਂ ਇਤਬਾਰ ਖੋ ਬੈਠਦਾ ਕਿ ਰੱਬ ਮੇਰੀ ਸੁਣਦਾ ਹੀ ਨਹੀਂ, ਰੱਬ ਮੈਨੂੰ ਦਿੰਦਾ ਹੀ ਨਹੀਂ। ਉਹ ਇਸ ਲਈ ਨਹੀਂ ਸੁਣਦਾ, ਇਸ ਲਈ ਨਹੀਂ ਦਿੰਦਾ ਕਿਉਂਕਿ ਉਹ ਚੀਜ਼ ਤੇਰੇ ਲਈ ਨਹੀਂ ਚੰਗੀ, ਇਸ ਵੇਲੇ ਹਜੇ ਸਮਾਂ ਨਹੀਂ ਆਇਆ ਉਸ ਚੀਜ਼ ਦਾ। ਮਹਾਰਾਜ ਕਹਿੰਦੇ ਪਰ ਬੰਦੇ ਦੇ ਅੰਦਰ ਦਾ ਲੋਭ, ਬੰਦੇ ਦੇ ਅੰਦਰ ਦੀ ਭੁੱਖ ਐਸੀ ਹੈ, ਬੰਦਾ ਕਹਿੰਦਾ ਨਹੀਂ ਮੈਨੂੰ ਚਾਹੀਦੀ ਹੈ, ਮੈਂ ਤਾਂ ਰੱਜਾਂਗਾ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਇਕੱਠਾ ਕਰ ਲੈ, ਇੱਕ ਦੀ ਜਗ੍ਹਾ 100 ਕਰ ਲੈ। ਹੁਣ ਆ ਅਜੰਤਾ ਅਲੌਰਾਂ ਦੀਆਂ ਆ ਗੁਫਾਵਾਂ ਕਿਉਂ ਬਣੀਆਂ ਹੋਈਆਂ ਨੇ? ਆ ਸਾਡੀ ਧਰਤੀ ਤੇ ਪੂਰੇ ਨਗਨ ਇਮਾਰਤਾਂ ਵਾਲੇ ਮੰਦਿਰ ਕਿਉਂ ਬਣੇ ਹੋਏ ਨੇ? ਇੱਕ ਫਲਸਫਾ ਉੱਠਿਆ ਸੀ ਕਿ ਜਿੰਨਾ ਭੋਗੋਗੇ, ਭੋਗ ਭੋਗ ਕੇ ਤੁਸੀਂ ਅੱਕ ਜਾਓਗੇ ਤੇ ਰੱਜ ਜਾਓਗੇ, ਫਿਰ ਤੁਸੀਂ ਰੱਬ ਵਾਲੇ ਪਾਸੇ ਤੁਰ ਪਓਗੇ। ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਭੋਗ ਲੈ, ਜਿੰਨਾ ਮਰਜ਼ੀ ਇਕੱਠਾ ਕਰ ਲੈ, ਜਿੰਨਾ ਮਰਜ਼ੀ ਰਸ ਮਾਣ ਲੈ, ਇਹ ਸੱਚੀ ਮੁੱਚੀ ਜਿਉਂ ਪਾਵਕ ਈਦਨ ਨਹੀਂ ਧਰਾਪੈ, ਬਿਨ ਹਰ ਕਹਾਂ ਅਗਾਈ। ਜਿਵੇਂ ਅੱਗ ਲੱਕੜਾਂ ਤੋਂ ਨਹੀਂ ਰੱਜਦੀ, ਤੇਰਾ ਮਨ ਕਦੀ ਵੀ ਦੁਨੀਆ ਦੇ ਰਸਾਂ ਕਸਾਂ ਤੋਂ ਰੱਜੇਗਾ ਹੀ ਨਹੀਂ। ਇਸ ਫਲਸਫੇ ਨੂੰ ਮਹਾਰਾਜ ਜੀ ਨੇ ਬਿਲਕੁਲ ਨਕਾਰਤਾ ਕਿ ਇਹ ਫਲਸਫਾ ਚੱਲ ਹੀ ਨਹੀਂ ਸਕਦਾ। ਬੰਦਾ ਕਹੇ ਪਹਿਲਾਂ ਸਾਰੇ ਦੁਨੀਆ ਦੇ ਪਦਾਰਥ ਇਕੱਠੇ ਕਰਾਂਗਾ, ਫਿਰ ਰੱਬ ਦੀ ਬੰਦਗੀ ਕਰਾਂਗਾ, ਪਹਿਲਾਂ ਇਹ ਵੀ ਲਵਾਂਗਾ ਉਹ ਵੀ ਲਵਾਂਗਾ। ਤਾਈਓ ਕਬੀਰ ਸਾਹਿਬ ਨੇ ਕਿਹਾ ਸੀ ਨਾ, ਮੇਰੀ ਗੁਆਂਢਣ ਆਈ ਮੇਥੋਂ ਆਟਾ, ਕਹਿੰਦੀ ਮੇਰੀ ਚੱਕੀ ਦੇ ਪੁੜ ਨਹੀਂ ਚੱਲ ਰਹੇ। ਕਬੀਰ ਸਾਹਿਬ ਪੁੱਛਦੀ ਹੈ ਤੁਹਾਡੀ ਚੱਕੀ ਚੱਲ ਰਹੀ ਹੈ? ਕਹਿੰਦੀ ਹਾਂ। ਕਬੀਰ ਸਾਹਿਬ ਕਹਿੰਦੇ ਕਿਉਂ ਨਹੀਂ ਚੱਲਦੇ? ਕਹਿੰਦੇ ਕੱਲ ਨੂੰ ਚੱਕੀ ਦੇ ਪੁੜ ਮਾਂਜੇ ਸਨ, ਅੱਜ ਰੱਖੇ ਨੇ ਤੇ ਅੱਜ ਦਾਣਾ ਪੀਸਿਆ ਨਹੀਂ ਜਾ ਰਿਹਾ। ਜਿਹੜਾ ਦਾਣਾ ਹੈ ਕਣਕ ਦਾ ਉਹ ਦਲੀਆ ਬਣ ਰਿਹਾ, ਆਟਾ ਨਹੀਂ ਬਣ ਰਿਹਾ। ਕਬੀਰ ਸਾਹਿਬ ਨੂੰ ਕਹਿੰਦੀ ਮੈਂ ਤੁਹਾਡੀ ਚੱਕੀ ਵਰਤ ਲਾਂ? ਕਬੀਰ ਸਾਹਿਬ ਕਹਿੰਦੀ ਆ ਜਾ ਭੈਣੇ ਵਰਤ ਲੈ, ਤੂੰ ਚੱਕੀ ਵਰਤਣੀ ਹੈ। ਉਹ ਚੱਕੀ ਵਰਤਦੀ ਹੈ ਤੇ ਕਬੀਰ ਸਾਹਿਬ ਉਹਨੂੰ ਵੇਖਦੇ ਆ, ਆਟਾ ਪੀ ਰਹੀ ਹੈ ਉਹ ਕਣਕ ਦੇ ਦਾਣੇ, ਨਾਲ ਨਾਲ 2-4 ਦਾਣੇ ਉਹਨੇ ਮੂੰਹ 'ਚ ਚਿੱਥ ਵੀ ਲਏ ਨੇ। ਆਟਾ ਇਕੱਠਾ ਕੀਤਾ, ਉਹਨੇ ਮੇਲਿਆ, ਭਾਂਡੇ 'ਚ ਭਰਿਆ, ਘਰੋਂ ਬਾਹਰ ਨਿਕਲੀ ਆ, ਆਪਣੇ ਘਰ ਵੜਨ ਲੱਗੀ ਹੈ। ਉਹਦੇ ਘਰ ਦੇ ਬਾਹਰ ਚਿੱਕੜ ਸੀ, ਪੈਰ ਤਿਲਕਿਆ ਤੇ ਸਾਰਾ ਪੀਸਿਆ ਹੋਇਆ ਆਟਾ ਚਿੱਕੜ ਵਿੱਚ ਖਿਲਰ ਗਿਆ। ਕਹਿੰਦੇ ਇਹੀ ਤੇ ਗੱਲ ਹੈ ਕਬੀਰ, ਚੀਕੜ ਆਟਾ ਸਰ ਗਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਹੀ ਨਿਭਿਆ ਸਾਥ। ਬੰਦਾ ਕਹਿੰਦਾ ਪਹਿਲਾਂ ਇੱਕ ਵਾਰੀ ਇਕੱਠਾ ਕਰ ਲਾਂ, ਪਹਿਲਾਂ ਬਣਾ ਲਾਂ, ਇਹ ਸਾਰੀਆਂ ਚੀਜ਼ਾਂ ਲੈ ਜਾਵਾਂ,
फिर रस नाल बना के फिर इकट्ठे करके बैठ के फिर जपांगे नाम। कहते कुछ हथ नहीं आया। हाँ वो फिर आके कबीर साहब नूं कहंदी सारा आटा खिलर गया चिक्कड़, हुण की करां? कबीर साहब कहंदी की करेंगी हुण? हाँ जिहड़े 2-4 दाने खा ले वो तो ढिड्डे गए ना। कहंदे हाँ ओहदा की? कहंदे बस ਉਹੀ लाहे दे सन। इस करके कबीर साहब कहते बंदा सारी उम्र 2 पुड़ जोड़ के संसार ते जीवन दे कहते ऐ ਚੱਕੀ ਦੀ ਤਰ੍ਹਾਂ ਪੀਸਦਾ ਰਹਿੰਦਾ जीवन ਨੂੰ, आ भी लै ਲਾਂ आ भी इकट्ठा कर ਲਾਂ ਇਹ भी पीस ਲਾਂ ਇਹ भी ਚਾਹੀਦਾ। उस वेले दाने दूने खाने का इनू सबर नहीं होंदा, दाना खाना होंदा नाम जपना। कहते फिर कहते समा आउंदा पैर तिलकदा सारे स्वासां की पूंजी खत्म, चलो शताब दे बान बुलाया। बंदा कहता हुण की करना? महाराज कहते जे पींदियां पींदियां चबले होंदे 2-4 दाने नाम दे, जे हाथ पाँव कर काम सब चीत निरंजन नाल जे कर लिया होंदा फिर पछताउंदा ना। इस करके बंदा सदा ही कहता पहला इकट्ठा करांगा फिर जपांगा, पहला इस तो वड्डा घर होएगा फिर उत्थे बैठ के ऐ एक कमरा तैयार करांगे AC वाला 7 परतां बिल्कुल अंदर साइलेंट, फिर जपांगे। कदी नहीं जपया जाएगा। हुण जपना है तो जप लो। इस करके महाराज कहते एक वस्त कारण बिखोट गवावै, कहते अपने आप नूं अपने आप की पत बिखोट, कहते पत नूं गवा लैंदा, अपने ऐतबार नूं खो लैंदा। एक भी ना दे 10 भी हिर ले। हुण महाराज कहते दस हुण की करेंगा जे रब वो भी ना दे जिहड़ा तू मंगी जाना है। ते जिहड़ियां पहलां 10 वस्तुआं तू वरत लईआं जीवन दे सारे सुख मान ले, एक वारी शुकराना नहीं कीता करतार दा, एक वारी कदी करतार दे दर ते आके नहीं क्या सच्चे पातशाह मैं इहदे काबिल किथे सां, तां भी तू मेरे ते तरस कीता, रहम कीता, इहदे काबिल बनाया। मेरे ते पाप इन्ने सन कि मैं अपने कर्मां करके नरक हूं ना पावों ठोर। भाई गुरदास जी कहंदे कहंदे तेरे बिरद ने ते मैनू सारे सुख देते, तेरे बिरद ने मैनू ते पतित पावन कर दिता। इस करके महाराज कहंदे जे रब दी ਚੱਕੀ रब दा गेड़ पुठा पै जे ना, एक पीना दे 10 पी हिर ले। कहंदा एक मंगण आया छड़े नहीं देंदा, बाकी जेड़े 10 दिते सी लिया वापस दे। फिर महाराज कहंदे तौ मूड़ा कहो कहा करे, फिर बंदा टुट जाता है, बंदा बोझ नहीं साम सकता। ये मनुख दियां ਜਿਹੜੀਆਂ जीवन साड़ी संसारी लत्तां ने ना, रब दे हुक्म दा बोझ महाराज किसी ते ऐसा हुक्म ना वरताए। रब दे हुक्म दियां दा जिहड़ा बोझ है ना, वो संसारी लत्तां नहीं जर सकदियां। वो कोई करतार दा हुक्म हुंदा है ते कोई उहनूं जराउंदा। अगे स्पष्ट है, गुरु अर्जुन साहब कहंदे है ये हुक्म है। ये तो गुरु गोबिंद सिंह साहब सच्चा पातशाह सी जिहड़ा सब कुछ वार के कहंदा तेरा कीया मीठा लागे। जिहड़े गुरु गोबिंद सिंह साहब महाराज कहते पराई अमान क्यों रखी है, दिती हूँ सुख होए, तेरा सी तू लै गया। यही क्या तौ मूड़ा कहो कहा करे, जिस ठाकुर स्यों नाही चारा ताकू कीजै सद नमस्कारा। इस करके उहदे अगे सदा ही नमस्कार है। उन्होंने आदेश है, आदेश तिसै आदेश, आद अनील अनाद अनाहत जुग जुग एको वेस। उहदे अगे कोई चारा नहीं, उहदे अगे कुछ भी नहीं, सिर्फ नमस्कार है। जाकै मन लागा प्रभ मीठा, जिदे मन प्रभु का नाम मीठा लग गया, सर्ब सुख ताहू मन बूठा। सारे सुख उहदे मन विच वसणगे, भावें उहदे कोल भली सुहावी छापरी, जा मैं गुण गाए कित ही काम ना तौल हर जित हर बिसराए। उहदे मन च आनंद है। जिस जन अपना हुक्म मनाया, मैं फिर ये बेनती करा, रब दा हुक्म दुनियावी बंदा नहीं जर सकदा। कोई रब आप ही किसी नूं अपने हुक्म मनाउण दी ताकत दे, ताइयों सतगुरु गुरु अर्जुन साहब कहंदे वो हुक्म नूं मन सकदा है। जिस जन अपना हुक्म मनाया, रब ने जिस मनुख तो अपने हुक्म नूं मनवा लिया, उन्होंने अपने हुक्म विच लैके तोर लिया, सरब थोक नानक तिन पाया। जीना बड़ा औखा है भाई रब दे हुक्म विच। इनू अलूणी सिल चटना आख्या भाई गुरदास जी ने, इनू रोड़ा की गुर करी विछाई आख्या भाई गुरदास जी ने। ये तो जिस तरह शरीर विचों आत्मा निकल जाए तो शरीर मुर्दा होंदा है ना, जिस दिन सेवक दे मन विचों हौमै निकल जाए उस दिन वो मुरीद बनता है। ये मुर्दा ते मुरीद दो अखर वरते ने। आत्मा खत्म होएगी तो मुर्दा है, निकल गई तो मुर्दा है, हौमै निकल गई तो मुरीद है। किसी विरले ते कृपा होंदी है, मुर्दा सारे होणगे इस धरती ते, कोई नहीं है जिहड़ा नहीं मरेगा, पर मुरीद कोई विरला होएगा, कोई विरला होएगा।
ਜਿਸ ਤੇ ਰੱਬ ਕਿਰਪਾ ਕਰਕੇ ਆਪਣਾ ਹੁਕਮ ਮਨਾਏਗਾ। ਇਹਨੂੰ ਹੀ ਤੇ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਨਹੀਂ ਕੋਈ ਹੁਕਮ ਮੰਨ ਸਕਦਾ। ਸਰਬ ਸੂਖ ਸਰਬ ਮਾਰੇ ਕਹਿੰਦੇ ਥੋਕ ਨਾਨਕ ਤਿਨ ਪਾਇਆ। ਫਿਰ ਉਹਨੂੰ ਰੱਬ ਸਾਰੀਆਂ ਦਾਤਾਂ ਦੇ ਦਿੰਦਾ ਹੈ। ਜਿਹੜਾ ਰੱਬ ਦੇ ਹੁਕਮ ਅੱਗੇ ਕਦੀ ਹੁਜਤਾ ਨਹੀਂ ਕਰਦਾ ਉਹ ਸ਼ੁਕਰਾਨਾ। ਫਿਰ ਅਸੀਂ ਕਿਵੇਂ ਮੰਨੀਏ ਹੁਕਮ? ਕੋਈ ਕਥਾ ਨਹੀਂ ਕੀਤੀ ਜਾ ਸਕਦੀ ਰੱਬ ਦੇ ਹੁਕਮ ਨੂੰ ਮੰਨਣ ਵਾਸਤੇ। ਕੋਈ ਬਿਆਨ ਨਹੀਂ ਦਿੱਤੇ ਜਾ ਸਕਦੇ, ਕੋਈ ਬਚਨ ਨਹੀਂ ਕੀਤੇ ਜਾ ਸਕਦੇ। ਇਹ ਤੇ ਹੈ ਸਿਰਫ ਜੇ ਗੁਰੂ ਦੀ ਕਿਰਪਾ ਹੋਏ ਤੇ ਇਹ ਹੁਕਮ ਮੰਨਿਆ ਜਾ ਸਕਦਾ ਹੈ ਤੇ ਇਹ ਦਾਤਾਂ ਮਿਲਦੀਆਂ ਨੇ। ਫਿਰ ਅਗਨਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਬਰਤੈ ਆਨੰਦ ਉਲਾਸ। ਆਪਣੀ ਅਮਾਨ ਕਛ ਬਾਹੁਰ ਸਾਹੁਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸ ਕਾ ਵਿਸ਼ਵਾਸ ਨਾ ਹੋਵੈ। ਜਿਸ ਕੀ ਬਸਤ ਤਿਸ ਆਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਥੈ। ਉਸ ਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਗਨਤ ਜਿਹਦੀ ਦਾਤਾਂ ਗਿਣੀਆਂ ਨਹੀਂ ਜਾ ਸਕਦੀਆਂ। ਗਿਣਤ ਤੋਂ ਅਗਨਤ ਬਣਿਆ, ਅਣਗਿਣਤ ਜਿਹਨੂੰ ਲਫ਼ਜ਼ ਵਰਤਦੇ ਆ। ਸ਼ਾਹ ਉਹ ਵਾਹਿਗੁਰੂ ਹੈ, ਉਹ ਇੱਕੋ ਇੱਕ ਸ਼ਾਹ ਹੈ। ਅਸੀਂ ਸਾਰੇ ਭਿਖਾਰੀਆਂ, ਵਪਾਰਾਂ ਦਾ ਵਪਾਰ ਉਹਦੇ ਕੋਲ ਹੈ ਸਾਰਾ। ਅਗਨਤ ਸ਼ਾਹ ਆਪਣੀ ਦੇ ਰਾਸ, ਜਿਹੜਾ ਅਣਗਿਣਤ ਦਾਤਾਂ ਦਾ ਮਾਲਕ ਸ਼ਾਹੂਕਾਰ ਵਾਹਿਗੁਰੂ ਹੈ ਨਾ, ਉਹੀ ਸਭ ਨੂੰ ਆਪਣੀ ਰਾਸ ਪੂੰਜੀ ਦਿੰਦਾ। ਭਾਵੇਂ ਸਵਾਸਾਂ ਦੀ ਹੋਏ, ਭਾਵੇਂ ਭੋਜਨ ਦੀ ਹੋਏ, ਭਾਵੇਂ ਸੁੱਖਾਂ ਦੀ ਪੁੱਤਾਂ ਧੀਆਂ ਦੀ ਹੋਏ, ਭਾਵੇਂ ਘਰ ਆਨੰਦ ਦੀ ਦੌਲਤ ਸ਼ੌਹਰਤ ਦੀ ਹੋਏ, ਇਹ ਸਾਰੀ ਰਾਸ ਪੂੰਜੀ ਉਹਦੀ ਹੈ। ਸਭ ਉਹਦਾ ਦਿੱਤਾ ਹੋਇਆ। ਇੱਕ ਦਾਤਾ ਸਭ ਜਗਤ ਭਿਖਾਰੀਆ, ਹਰ ਜਾਚੈ ਸਭ ਮੰਗਣਾ। ਸਭ ਨੂੰ ਮੰਗਣਾ ਆਉਂਦਾ ਪਰ ਦੇਣ ਵਾਲਾ ਉਹੀ ਹੈ। ਇਸ ਕਰਕੇ ਅਗਨਤ ਸ਼ਾਹ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ। ਸਾਡਾ ਜੀਵਨ ਖਾਂਦਿਆਂ ਪੀਂਦਿਆਂ ਵਰਤਦਿਆਂ ਜੀਵਨ ਦੇ ਸਾਰੇ ਸੁੱਖਾਂ ਨੂੰ ਆਨੰਦ ਤੇ ਉਲਾਸ ਵਿੱਚ ਬਤੀਤ ਹੁੰਦਾ ਹੈ ਉਹਦੀ ਰਾਸ ਨਾਲ ਹੀ, ਉਹਦੇ ਦਿੱਤੇ ਸੁੱਖ ਨਾਲ ਹੀ। ਰਿਜ਼ਕ ਉਹਦਾ ਹੈ, ਪਾਣੀ ਉਹਦਾ ਹੈ, ਭੋਜਨ ਉਹਦਾ ਹੈ, ਪੁੱਤਰ ਧੀਆਂ ਉਹਦੇ ਨੇ, ਸਭ ਕੁਝ ਉਹਦਾ। ਪਰ ਜਦ ਉਹ ਦੇ ਕੇ ਇੱਕ ਵਾਰੀ ਖਿਆਲ ਕਰਕੇ ਪੁੱਛ ਲੇ ਕਿ ਭਰਾਵਾ ਵੇ ਮੇਰੇ ਪੁੱਤਾ ਕਿੰਨਾ ਚਿਰ ਹੋ ਗਿਆ ਮਾਣਦੇ ਹੋਏ, ਕਿੰਨੀ ਉਮਰ ਹੋ ਗਈ? ਬੰਦਾ ਕਹੇ ਜੀ 50 ਸਾਲ ਹੋ ਗਏ। ਮਹਾਰਾਜ ਕਹਿੰਦੇ ਕਿੰਨਾ ਕੁਛ ਹੈ? ਕਹਿੰਦੇ ਇਹ ਹੈ। ਮਹਾਰਾਜ ਕਹਿੰਦੇ ਲਿਆ ਫਿਰ ਮੈਨੂੰ ਵਾਪਸ ਦੇ ਦੇ। ਕਹਿੰਦੇ ਫਿਰ ਆਪਣੀ ਅਮਾਨ ਕਛ ਬਹੁਰ ਸ਼ਾਲੇ। ਸ਼ਾਹ ਵਾਹਿਗੁਰੂ ਨੂੰ ਆਖਿਆ, ਅਮਾਨ ਦਾਤਾ ਨੂੰ ਆਖਿਆ। ਫਿਰ ਵਾਹਿਗੁਰੂ ਕਹਿੰਦਾ ਕਿ ਚੱਲ ਲਿਆ ਇਹ ਸਾਰੀਆਂ ਦਾਤਾਂ ਵਿੱਚੋਂ ਮੈਨੂੰ ਥੋੜ੍ਹੀ ਜਿਹੀ ਦੇ ਦੇ ਵਾਪਸ। ਤੇ ਫਿਰ ਜੇ ਬੰਦਾ ਕਹੇ ਮੈਂ ਕਿੱਥੋਂ ਦੇ ਦਾਂ ਇਹ ਵਾਪਸ, ਇਹ ਹੁਣ ਵਾਪਸ ਨਹੀਂ ਦਿੱਤੀ ਜਾ ਸਕਦੀ। ਇਹ ਜੇ ਸ਼ਾਹ ਵਾਹਿਗੁਰੂ ਕਹੇ ਨਾ ਇਹ ਤੇ ਦਿੱਤਾ ਮੈਂ ਸੀ, ਹੁਣ ਕਿਸੇ ਨੇ ਸਾਨੂੰ ਉਧਾਰ ਦਿੱਤਾ ਹੋਏ। ਉਧਾਰ ਲਈ ਹੋਈ ਚੀਜ਼ ਕਦੀ ਵੀ ਬੰਦੇ ਦੀ ਨਹੀਂ ਹੁੰਦੀ। ਪਰ ਅੱਜ ਦਾ ਦਸਤੂਰ ਇਹ ਹੈ ਕਿ ਜਿਹੜਾ ਲੈ ਲਿਆ, ਜਿਹੜਾ ਮਿਲ ਗਿਆ, ਉਹ ਕਹਿੰਦੇ ਨਾ ਜਿਸ ਕੀ ਲਾਠੀ ਉਸ ਕੀ ਭੈਂਸ। ਆ ਚੱਲਦਾ ਹੈ ਜਿਹੜਾ, ਆ ਮੇਰੇ ਕੋਲ, ਆ ਮੇਰਾ। ਪਰ ਸੱਚ ਤੇ ਇਹ ਹੈ ਜਿਹੜਾ ਕਰਜ਼ਾ ਲਿਆ ਹੋਇਆ ਉਹ ਦੇਣਾ ਪੈਂਦਾ। ਆਲਾ ਸਿੰਘ ਦੀ ਸਾਖੀ ਕੀਤੀ ਸੀ ਇੱਥੇ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜਿਹੜੇ ਸਿੱਖ ਖਡਾਵਾ ਸੀ ਆਲਾ ਸਿੰਘ, ਉਹ ਪੈਸਾ ਲੈ ਕੇ ਮੁੱਕਰ ਗਿਆ। ਕਹਿੰਦਾ ਰੱਬ ਕਹਿੰਦੇ ਕਿਹੜਾ ਸਿੱਖ ਦਾ ਕਿਹੜਾ ਦੇਣਾ ਹੁੰਦਾ। ਇੱਥੇ ਹੁਣ ਦੁਨੀਆ ਦੇ ਵਿੱਚ ਦੇਣਾ ਪੈਂਦਾ, ਪਰ ਰੱਬ ਦੇ ਦਰ ਤੇ ਕੋਈ ਨਹੀਂ ਮੁੱਕਰ ਸਕਦਾ। ਦੁਨੀਆ ਦੇ ਇਸ ਦਸਤੂਰ 'ਚ ਰੱਬ ਬੰਦੇ ਮੁੱਕਰਨ ਵਾਲੇ ਹੈ। ਬੰਦਾ ਰੱਬ ਕਹੇ ਕਿ ਲਿਆ ਫਿਰ ਮੈਂ ਮੇਰੀ ਦਿੱਤੀ ਹੋਈ ਸਾਰੀ ਜਿਹੜੀ ਰਾਜ ਪੂੰਜੀ ਸੀ, ਮੈਂ ਤੈਨੂੰ ਤੇ ਉਧਾਰ ਦਿੱਤੀ ਸੀ, ਮੈਨੂੰ ਵਾਪਸ ਦੇ। ਆਪਣੀ ਅਮਾਨ ਕੱਛ ਕਹਿੰਦੇ ਕੁਛ ਥੋੜੀ ਬਹੁਤ, ਬਹੁਰ ਸ਼ਾਹ ਲੈ ਕੁਝ ਵੀ ਜਾਂ ਬਹੁਤ ਸਾਰੀ, ਸ਼ਾਹ ਕੇ ਮੈਨੂੰ ਵਾਪਸ ਦੇ ਦੇ। ਫਿਰ ਮੇਰੇ ਵਰਗਾ ਬੰਦਾ ਕੀ ਕਹੇਗਾ? ਅਗਿਆਨੀ ਮਨ ਰੋਸ ਕਰੇ। ਬੰਦਾ ਰੋਸ ਕਰਦਾ, ਫਿਰ ਬੰਦਾ ਰੋਂਦਾ। ਇੱਕੋ ਇੱਕ ਸਿੱਖ ਆਇਆ ਸੀ ਗੁਰੂ ਗੋਬਿੰਦ ਸਿੰਘ ਦੇ ਦਰ ਤੇ। ਉਹ ਕਹਿੰਦਾ ਮਹਾਰਾਜ ਮੈਂ ਜ਼ਿੰਦਗੀ ਜੀ ਲਈ ਹੈ। ਕਹਿੰਦੇ ਮਹਾਰਾਜ ਬੜੇ ਹੈਰਾਨ ਹੋਏ, ਕਹਿੰਦੇ ਕਿੰਨੀ ਕੁ ਜੀ ਲਈ ਹੈ? ਕਹਿੰਦੇ ਮੈਂ ਹੁਣ 60-70 ਦਾ ਹੋ ਗਿਆ, ਮੇਰੇ ਹੁਣ ਜੀਉਣ ਦੀ ਮੇਰੀ ਆਸ ਨਹੀਂ ਹੈ। ਤੇ ਬਸ ਫਿਰ ਮਹਾਰਾਜ ਕਹਿੰਦੇ ਕੀ ਚਾਹੀਦਾ? ਕਹਿੰਦੇ ਮੈਨੂੰ ਬਸ ਇਹ ਦੱਸ ਦਿਓ ਮੈਂ ਕਿਸ ਦਿਨ ਮਰਨਾ। ਮਹਾਰਾਜ ਕਹਿੰਦੇ ਕਿਉਂ? ਕਹਿੰਦੇ ਫਿਰ ਮੈਂ ਆਪਣੀ ਤਿਆਰੀ ਕਰਾਂ, ਆਪਣੀ ਜ਼ਮੀਨਾਂ ਜਾਇਦਾਦਾਂ ਦੇ ਵੱਡੇ ਪੁੱਤਰਾਂ ਧੀਆਂ ਸਾਰਾ ਕੁਝ ਆਪਣਾ ਸੰਕੋਚਾਂ। ਮਹਾਰਾਜ ਬੜੇ ਮੁਸਕਰਾਏ, ਕਹਿੰਦੇ ਇਹ ਵੀ ਕਹਿੰਦੇ, ਮਹਾਰਾਜ ਕਹਿੰਦੇ ਤੂੰ ਤਿਆਰੀ ਕਰ ਆਪਣੀ, ਇਹ ਤੇ ਰੱਬ ਦਾ ਹੁਕਮ ਹੈ।
ਕਹਿੰਦੇ ਨਹੀਂ, ਤੁਹਾਡੇ ਰੱਬ 'ਚ ਕੀ ਫਰਕ ਹੈ, ਤੁਸੀਂ ਤੇ ਸਭ ਕੁਝ ਜਾਣਦੇ ਹੋ, ਮੈਨੂੰ ਦੱਸ ਦਿਓ। ਕਹਿੰਦੇ ਫਿਰ, ਕਹਿੰਦੇ ਮੈਂ ਫਿਰ ਖੁਸ਼ੀ ਖੁਸ਼ੀ ਮਰਾਂ। ਮਾਰੇ ਕਹਿੰਦੇ ਪਹਿਲੀ ਗੱਲ, ਜੇ ਤੈਨੂੰ ਪਤਾ ਲੱਗ ਜੇ ਨਾ, ਖੁਸ਼ੀਆਂ ਤੇਰੀ ਖੰਭ ਲਾ ਕੇ ਉੱਡ ਜਾਣਗੀਆਂ, ਇਹ ਭੁਲੇਖਾ ਛੱਡ ਦੇ ਤੂੰ। ਉਹ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਜਾਣਦੇ ਹੀ ਨਹੀਂ, ਫਿਰ ਮੈਂ ਤੇ ਸੁਣਿਆ ਸੀ ਕਿ ਤੁਸੀਂ ਸਭ ਦੀ ਜਾਣ ਲੈਂਦੇ ਹੋ, ਤੁਸੀਂ ਵੀ ਮੈਨੂੰ ਆਮ ਲੋਕਾਂ ਦੇ ਵਾਂਗ ਸਮਝ ਲਿਆ। ਮੈਂ ਆਮ ਲੋਕਾਂ ਵਾਂਗਰ ਨਹੀਂ ਹੈਗਾ, ਮੈਂ ਹਿੰਮਤ ਕਰਕੇ ਆਪ ਕਹਿੰਦਾ ਮੈਨੂੰ ਦੱਸੋ ਮੈਂ ਕਿਹੜੀ ਤਰੀਕ ਨੂੰ, ਕਿਹੜੇ ਮਹੀਨੇ, ਕਿਹੜੇ ਸਨ ਸਾਲ ਨੂੰ ਮਰਨਾ ਹੈ, ਤਾਂ ਕਿ ਮੈਂ ਆਪਣਾ ਫਿਰ ਹਿਸਾਬ ਕਿਤਾਬ ਅੱਜ ਹੀ ਕਰ ਲਾਂ। ਜੇ ਬਹੁਤਾ ਸਮਾਂ ਤੇ ਫਿਰ ਦੇਖ ਲਈਏ, ਜੇ ਨਹੀਂ ਹੈ ਤੇ ਫਿਰ ਉਹ ਹਟੇ ਨਾ। ਮਹਾਰਾਜ ਕਹਿੰਦੇ ਠੀਕ ਹੈ ਭਲਿਆ, ਫਿਰ ਤਿਆਰੀ ਕਰ ਲੈ, ਅੱਜ ਤੋਂ ਅਗਲੇ 7 ਦਿਨ ਤੇਰੇ ਕੋਲ ਬਹੁਤ ਨੇ, 7ਵੇਂ ਦਿਨ ਸਿਰਫ 7 ਦਿਨ ਹੈ, 7ਵੇਂ ਦਿਨ ਤੇਰਾ ਬਸ ਹੁਕਮ ਸੱਤ ਹੋਣ ਵਾਲਾ, ਬਸ। ਉਹ ਕਹਿੰਦੇ ਮਹਾਰਾਜ 7 ਦਿਨ ਨੇ? ਉਹਦੇ ਤੋਤੇ ਉੱਡ ਗਏ। ਪੰਜਾਬੀ ਦੀ ਜਿਹੜੀ ਕਹਾਵਤ ਹੈ, ਕਹਿੰਦੇ 7 ਦਿਨ ਨੇ? ਕਹਿੰਦੇ ਹਾਂ। ਉਹ ਮਹਾਰਾਜ ਇੱਕ ਵਾਰੀ ਫਿਰ ਕੋਈ ਕਿਸੇ ਹੋਰ ਦਾ ਤੇ ਨਹੀਂ ਲੇਖਾ ਦੇਖਾ ਗਲਤੀ ਨਾਲ ਮੈਨੂੰ? ਮਹਾਰਾਜ ਕਹਿੰਦੇ ਤੇਰੇ ਹੀ 7 ਦਿਨ ਨੇ, ਕਰ ਲੈ ਹੁਣ, ਬਹੁਤ ਤੇਰੇ ਕੋਲ ਸਮਾਂ, ਬਹੁਤ ਦਿਨ ਪਏ ਨੇ ਤੇਰੇ ਕੋਲ। ਹੁਣ ਉਹੀ ਬੰਦਾ ਜਿਹੜਾ ਮਾਣ ਨਾਲ ਗੁਰੂ ਕੋਲ ਆਇਆ ਸੀ, ਉਹਨੂੰ ਸਤਿਗੁਰੂ ਨੇ ਕਿਹਾ ਕਿ 7 ਦਿਨ ਨੇ। ਘਰ ਪਹੁੰਚਣ ਦੀ ਦੇਰ ਸੀ, ਮੰਜੇ ਤੇ ਪੈ ਗਿਆ। ਹਾਏ ਮੈਂ ਮਰਨ ਵਾਲਾ, ਹਾਏ ਮੈਂ ਮਰ ਗਿਆ, ਹਾਏ ਮਰ ਗਿਆ। ਹਜੇ 7 ਦਿਨ ਪਏ ਨੇ, ਇੱਕ ਰਾਤ ਕੱਟਣੀ ਔਖੀ ਹੋ ਗਈ ਉਹਦੇ ਲਈ। ਹਾਏ ਮੈਂ ਮਰਨ ਵਾਲਾ, ਹਾਏ ਮੈਂ ਮਰਨ ਵਾਲਾ। ਹੁਣ ਇਹ ਗੱਲ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਰੱਬ ਨੇ ਪਰਦਾ ਪਾਇਆ ਭਾਈ। ਇਹ ਨਹੀਂ ਪਤਾ ਕਿਸੇ ਨੂੰ, ਜੇ ਪਤਾ ਲੱਗ ਜੇ ਨਾ ਅਸੀਂ ਕਦ ਜਾਣਾ, ਸਾਡੀ ਜੀਵਨ ਦੇ ਜੇ 40 50 60 70 ਸਾਲ, ਜੇ ਇਹ ਵੀ ਪਤਾ ਲੱਗ ਜੇ ਮੈਂ ਤੇ 80 ਦੇ ਬਾਅਦ ਜਾਣਾ, ਉਹ 80 ਸਾਲ ਵੀ ਬੜਾ ਬੰਦਾ ਔਖਾ ਬਤੀਤ ਕਰੇਗਾ, ਪੁੱਠੀਆਂ ਗਿਣਦੀਆਂ ਗਿਣੇਗਾ, ਫਿਰ ਬੰਦਗੀ ਵੀ ਨਹੀਂ ਹੋਣੀ ਖਿਆਲ 'ਚ। ਸੱਚ ਤੇ ਇਹ ਹੈ, ਮਹਾਰਾਜ ਕਹਿੰਦੇ ਬੰਦਾ ਜਿਸ ਵੇਲੇ ਇਹ ਜਾਣ ਜਾਂਦਾ ਨਾ ਕਿ ਹੁਣ ਰੱਬ ਮੰਗਦਾ, ਔਰ ਸੱਚੀ ਮੁੱਚੀ ਸਤਿਗੁਰੂ ਜੀ ਜਿਹਦੇ ਇਹ ਸ਼ਬਦ ਐਵੇਂ ਨਹੀਂ ਹੈਗੇ ਸਰੀਰ ਦੀਆਂ ਤਾਕਤਾਂ ਦੇ ਉੱਤੇ ਕਿ ਰੁਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ, ਇਹ ਇਸ਼ਾਰਾ ਹੈ ਕਿ ਆਪਣੀ ਅਮਾਨ ਕਛ ਬਹੁਰ ਸ਼ਾਹ ਲੈ ਅਗਿਆਨੀ ਮਨ ਰੋਸ ਕਰੇ। ਬੰਦਾ ਫਿਰ ਰੋਸ ਕਰਨ ਲੱਗ ਜਾਂਦਾ, ਬਸ ਹੁਣ ਇੰਨਾ ਹੀ ਰਹਿ ਗਿਆ। ਮਹਾਰਾਜ ਕਹਿੰਦੇ ਆਪਣੀ ਪ੍ਰਤੀਤ ਆਪ ਹੀ ਖੋਵੈ। ਫਿਰ ਜਿੰਨਾ ਕੁਛ ਮਿਲਿਆ ਹੋਇਆ ਬੰਦਾ ਉਹ ਭੁੱਲ ਕੇ, ਸ਼ੁਕਰਾਨੇ ਭੁੱਲ ਕੇ ਉਲਾਮੇ ਦੇਣਾ ਸ਼ੁਰੂ ਕਰ ਦਿੰਦਾ। ਮੇਰੇ ਨਾਲ ਹੀ ਕਿਉਂ? ਮੈਂ ਕੀ ਤੁਹਾਡਾ ਵਿਗਾੜਤਾ? ਮੈਂ ਕਿਹੜੀ ਅਵੱਗਿਆ ਕਰ ਬੈਠਾ? ਮੈਂ ਤੇ ਕਿਸੇ ਦਾ ਦਿਲ ਵੀ ਨਹੀਂ ਦੁਖਾਇਆ, ਮੇਰੇ ਨਾਲ ਹੀ ਕਿਉਂ? ਇਸ ਫਿਰ ਇਹ ਵਾਲੀ ਜਿਹੜੀ ਪ੍ਰਤੀਤ ਹੈ ਨਾ, ਮਹਾਰਾਜ ਕਹਿੰਦੇ ਆਪਣੀ ਸਾਰੀ ਇੱਜ਼ਤ ਕਮਾਈ ਤੇ ਬੰਦਗੀ ਮਿੱਟੀ ਪਾ ਲੈਂਦਾ, ਖਹਿ ਕਰ ਲੈਂਦਾ, ਸਿਰ ਸਵਾਹ ਪਾ ਲੈਂਦਾ, ਇਸ ਖਿਆਲ ਕਰਕੇ ਕਿ ਮੈਂ ਹੀ ਕਿਉਂ। ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੇ। ਫਿਰ ਰੱਬ ਉਹਦੇ ਉੱਤੇ ਕੋਈ ਵਿਸ਼ਵਾਸ ਨਹੀਂ ਕਰਦਾ, ਉਹਦੀ ਬੰਦਗੀ ਉਹਦੇ ਕਹੇ ਤੇ ਉਹਦਾ ਵਿਸ਼ਵਾਸ ਨਹੀਂ ਹੁੰਦਾ। ਜਿਸ ਕੀ ਬਸਤ ਤਿਸ ਆਗੇ ਰੱਖੈ। ਕਰਨਾ ਤੇ ਇਹ ਸੀ ਖਿੜੇ ਮੱਥੇ, ਇਹ ਸੱਚੇ ਪਾਤਸ਼ਾਹ ਜਿੰਨੀ ਦਿੱਤੀ ਖੂਬ ਦਿੱਤੀ, ਆਨੰਦ ਵਿੱਚ ਦਿੱਤੀ। ਆਹਾ ਬੜਾ ਮੈਂ ਤੁਹਾਡਾ ਸੱਚੀ ਮੁੱਚੀ ਸ਼ੁਕਰਗੁਜ਼ਾਰ ਹਾਂ। ਮੈਂ ਇਹਦੇ ਲਾਇਕ ਨਹੀਂ ਸਾਂ ਤਾਂ ਵੀ ਦਿੱਤਾ, ਤੁਸੀਂ ਤੇ ਇੰਨਾ ਕੁਝ ਦਿੱਤਾ ਕਿ ਸੱਚੀ ਮੁਝੇ ਦੀਨਨ ਕੀ ਪ੍ਰਤਪਾਲ ਕਰੇ, ਨਿਤ ਸੰਤ ਉਬਾਰ ਗਨੀਮਨ ਗਾਰੈ, ਪਛ ਪਸ਼ੂ ਨਗ ਨਾਗ ਨਰਾਦਬ ਸਰਬ ਸਮੈ ਸਭ ਕੋ ਪ੍ਰਤਪਾਲੈ। ਤੁਸੀਂ ਇੱਥੇ ਤੱਕ ਕਿ ਸਾਡੇ ਅਵਗੁਣਾਂ ਨੂੰ ਦੇਖ ਕੇ ਵੀ ਸਾਨੂੰ ਤੁਸੀਂ ਦਿੰਦੇ ਰਹੇ। ਦੋਖਤ ਦੇਖਤ ਹੈ ਪਰ ਦੇਤ ਨਾ ਹਾਰੈ, ਦੋਖਨ ਦੇਖਤ ਹੈ। ਇਸ ਕਰਕੇ ਇਵੇਂ ਮਹਾਰਾਜ ਕਹਿੰਦੇ ਜਿਸ ਕੀ ਬਸ ਤਿਸ ਆਗਿਆ ਰੱਖਿਆ। ਜੇ ਗੁਰੂ ਹੁਕਮ ਕਰੇ ਹੋ ਗਿਆ, ਖਿੜੇ ਮੱਥੇ ਗਏ, ਮਹਾਰਾਜ ਆ ਲਓ ਜੀ, ਇਹ ਤੁਹਾਡਾ ਹੀ ਸੀ, ਮੇਰਾ ਹੁੰਦਾ ਕੁਝ ਵੀ ਕਿਰਾਏ का मकान है, मकान मालिक थोड़ी हाँ इस मिट्टी दे। जिसकी बस तिस आगे रख है, प्रभु की आज्ञा मानै मत है। सिर मत्थे कबूल करे, फिर जेड़ा कबूल करेगा सेवक की ओढ़क निभ ही प्रीत, जीवत साहिब सेवियो अपना चलता है राखियो चीत। वो सची मुची वो बिल्कुल आज्ञा मैं भूख सोई कर सूखा, सोग हरक नहीं आप जाने हो, जो जो हुक्म भयो साहिब का सो माथे लै मान्यो। वो कहेगा प्रभ की आज्ञा मानै मत है। जेड़ा गुरु दे हुक्म नूं सिर मत्थे कबूल करे उस ते चौगन करे निहाल। रब कहंदा लै फिर तेरे ते मेरे च कोई फर्क ही नहीं रह गया। बंदे ते रब दे विच गुरु अर्जुन साहब कहंदे सिर्फ ये सूक्ष्म कड़ी है कि बंदा कदी भी मैं नहीं छड्ड सकदा ते रब कदी मैं बोल नहीं सकदा। रब दे विच कदी बहुता कर्म लिखिया ना जाए, वड्डा दाता तिल ना तमाए। तिल जिन्ना तमा नहीं रब चे
ਤੇ ਬੰਦਾ ਤਵੇਂ ਦਾ ਸ਼ਿਕਾਰ ਹੈ। ਜਿਸ ਦਿਨ ਬੰਦੇ ਵਿੱਚੋਂ ਤਮਾ ਖਤਮ ਹੋ ਕੇ ਕਹਿ ਦਿੱਤਾ ਇਹ ਤੇ ਰੱਬ ਤੇਰਾ ਹੀ ਸੀ, ਇਹ ਤੇ ਤੇਰਾ ਹੀ ਹੈ, ਫਿਰ ਰੱਬ ਕਹਿੰਦਾ ਤੂੰ ਵੀ ਫਿਰ ਮੇਰਾ ਹੀ ਹੈ। ਉਸ ਤੇ ਚੌਗਨ ਕਰੇ ਨਿਹਾਲ, ਰੱਬ ਚੌਗੁਣਾ ਫਿਰ ਉਹਨੂੰ ਦਿੰਦਾ, ਨਾਨਕ ਸਾਹਿਬ ਸਦਾ ਦਿਆਲ। ਫਿਰ ਉਹ ਵਿਸ਼ਵਾਸ ਨਹੀਂ ਖੁੰਦਾ, ਆਪਣੀ ਪ੍ਰਤੀਤ ਨਹੀਂ ਗਵਾਉਂਦਾ, ਉਹ ਸਦਾ ਹੀ ਦਿਆਲੂ ਪ੍ਰਭੂ ਦੀ ਕਿਰਪਾ ਦਾ ਪਾਤਰ ਰਹਿੰਦਾ। ਇੱਥੇ ਸਮੇਂ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ, ਬਾਣੀ ਪੜ੍ਹਦਿਆਂ ਬੇਅੰਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸੰਗਤ ਅਣਜਾਣ ਬੱਚੇ ਸਮਝ ਕੇ ਬਖਸ਼ ਦੇਣਾ। ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬੇਅੰਤ ਬੇਅੰਤ ਮੁਬਾਰਕਾਂ। ਸਤਿਗੁਰੂ ਜੀ ਖੁਸ਼ੀਆਂ ਵਰਤਾਉਣ। ਬਹੁਤ ਦਿਨਾਂ ਬਾਅਦ ਆਪ ਸੰਗਤਾਂ ਦੇ ਚਰਨ ਪਰਸਨ ਦਾ ਸੁਭਾਗ ਮਿਲਿਆ, ਮਨ ਅਤੀ ਪ੍ਰਸੰਨ ਹੋਇਆ, ਖੁਸ਼ ਹੋਇਆ। ਸ਼ੁਕਰਾਨਾ ਹੈ ਸਾਹਿਬ ਦਾ, ਸ਼ੁਕਰਾਨਾ ਆਪ ਸੰਗਤਾਂ ਦਾ। ਭੁੱਲਾਂ ਚੁੱਕਾਂ ਦੀ ਖਿਮਾ। ਸਾਰੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।